ਲੌਰੈਂਸ ਬਿਸ਼ਨੋਈ ਦੀ ਜਿਹੜੀ ਇੱਕ ਇੰਟਰਵਿਊ ਜੇਲ੍ਹ ਦੇ ਵਿੱਚ ਹੋ ਜਾਂਦੀ ਹੈ, ਤੁਹਾਡੀ ਸਰਕਾਰ ਨੂੰ ਲੋਕਾਂ ਨੇ ਬਦਲਾਅ ਦੇ ਰੂਪ ਦੇ ਵਿੱਚ ਚੁਣਿਆ ਕਿ ਇਹ ਬਦਲਾਅ ਹੈ ਕਿ ਜੇਲ੍ਹਾਂ ਦੇ ਵਿੱਚੋਂ ਗੈਂਗਸਟਰ ਇੰਟਰਵਿਊ ਕਰਨ। ਇੱਕ ਵਾਰ ਨਹੀਂ ਔਰ ਦੋ ਵਾਰੀ। ਪਹਿਲੀ ਜਿਹੜੀ ਇੰਟਰਵਿਊ ਹੁੰਦੀ ਹੈ ਉਸ ਤੋਂ ਬਾਅਦ ਡੀਜੀਪੀ ਸਾਹਿਬ ਤਰਕ ਦਿੰਦੇ ਆ ਕਿ ਨਹੀਂ ਜੀ ਦੇਖੋ ਇੱਥੇ ਮੁੱਛਾਂ ਹੋਰ ਨੇ, ਇੱਥੇ ਵਾਲ ਹੋਰ ਹੈ, ਇੱਥੇ ਜੀ ਗੋਇੰਦਵਾਲ ਸਾਹਿਬ ਦੀ ਜੇਲ੍ਹ ਦਾ ਜ਼ਿਕਰ ਨਹੀਂ ਹੋਇਆ, ਤਾਂ ਇਸ ਕਰਕੇ ਇਹ ਜਿਹੜੀ ਹੈ ਇੰਟਰਵਿਊ ਪੁਰਾਣੀ ਹੈਗੀ ਹੈ। ਉਸ ਡੀਜੀਪੀ ਸਾਹਿਬ ਦੇ ਉਸ ਪ੍ਰੈਸ ਕਾਨਫਰੰਸ ਕਰਨ ਤੋਂ ਬਾਅਦ ਦੂਜੇ ਦਿਨ ਇੱਕ ਹੋਰ ਇੰਟਰਵਿਊ ਆ ਜਾਂਦਾ ਹੈ। ਜਿਹੜੇ ਤਰਕ ਦੇ ਕੇ ਡੀਜੀਪੀ ਸਾਹਿਬ ਬਚੇ ਸੀਗੇ ਕਿ ਇਹ ਸਾਡੀ ਜੇਲ੍ਹ ਦੀ ਇੰਟਰਵਿਊ ਨਹੀਂ, ਉਹੀ ਸਾਰੀਆਂ ਗੱਲਾਂ ਲੌਰੈਂਸ ਬਿਸ਼ਨੋਈ ਨੇ ਕਰਕੇ ਦੱਸਤਾ ਕਿ ਭਾਈ ਇੰਟਰਵਿਊ ਤੁਹਾਡੀ ਜੇਲ੍ਹ ਦੀ ਹੋਈ ਹੈ। ਤਾਂ ਹਲੇ ਵੀ ਸਰਕਾਰ ਜਿਹੜੀ ਉਹ ਲੱਭ ਨਹੀਂ ਸਕੀ, ਲੌਰੈਂਸ ਬਿਸ਼ਨੋਈ ਤੋਂ ਪੁੱਛ ਕੇ ਦੱਸ ਨਹੀਂ ਸਕੀ ਕਿ ਇੰਟਰਵਿਊ ਜਿਹੜੀ ਉਹ ਕਿੱਥੋਂ ਦੀ ਹੈ। ਹੁਣ ਤੱਕ ਜਿਹੜੇ ਹਾਲਾਤ ਨੇ ਉਹਨਾਂ ਹਾਲਾਤਾਂ ਦੇ ਮੁਤਾਬਿਕ ਬਠਿੰਡਾ ਜੇਲ੍ਹ ਤੋਂ ਇਹ ਇੰਟਰਵਿਊ ਬਣਾਈ। ਸਰਕਾਰਾਂ ਦੋ ਹੀ ਨੇ ਜੀ, ਇੱਕ ਸਰਕਾਰ ਕੇਂਦਰ ਦੀ ਹੈ, ਇੱਕ ਸਰਕਾਰ ਪੰਜਾਬ ਸਰਕਾਰ ਹੈ। ਠੀਕ ਹੈ ਜੀ, ਤਾਂ ਕੋਈ ਨਾ ਕੋਈ ਤਾਂ ਵਿਅਕਤੀ ਹੋਊਗਾ ਨਾ ਜਿਨ੍ਹਾਂ ਨੇ ਇਹ ਸਾਰਾ ਫੈਸਿਲਿਟੇਟ ਕੀਤਾ ਹੋਊਗਾ। तो केंद्र सरकार तो भी ऊपर, पंजाब सरकार तो भी ऊपर एक गैंगस्टर सरकार भी हो गई ना जी। एक गैंगस्टर सरकार हो गई। गैंगस्टर अपनी मर्जी दे नाल सरकार चला रहे हैं। आज दी तारीख दे विच मान लो भावें पंजाब दी सरकार है, सेंटर दी सरकार है, लेकिन आम जनता सेफ नहीं है ना। आम जनता अपने आप को सिक्योर नहीं महसूस करती है। असी आप सिक्योर नहीं महसूस करते। 18 तारीख तो लेके आज 28 तारीख तक जो पंजाब की माइनॉरिटी कम्यूनिटी है उन्होंने दे अंदर दहशत की भावना है। जो पंजाब की मेजोरिटी कम्यूनिटी है वो अपने आप को इनसिक्योर फील कर रही है। जो पुलिस का सबऑर्डिनेट रैंक है वो अपने आप को गुमराह महसूस कर रहा है। एक्चुअल जो 23 तारीख को असी 23 मार्च को शहीदी दिवस मनाते हाँ, शहीद भगत सिंह जी, राजगुरु जी ते सुखदेव जी की, तो एक्चुअल भगत सिंह जी की लोड़ ਹੁਣ महसूस हो रही है कि आज की तारीख के एक होर भगत सिंह होना चाहिए है, जो कि ये सारा समस्या है, जो कुछ भी माहौल हो गया है इस माहौल तो मतलब निजात पाया जाए। जो ये मसला है, जो ये मसला पुलिस का मसला नहीं सीगा, ये बहुत ही सेंसिटिव मसला है, तो पुलिस को बाद दे विच यूज करना चाहिए सी। अमृतपाल वाले मसले यस, पुलिस बहुत बाद दे विच आउणी चाहिए। ਜੇ ਤੁਹਾਡੇ ਹੱਥ ਦੇ ਵਿੱਚ ਪਾਵਰ ਹੁੰਦੀ ਤਾਂ ਤੁਸੀਂ ਇਹ ਅਮਰਤਪਾਲ ਵਾਲਾ ਜਿਹੜਾ ਪੰਜਾਬ ਦੇ ਅੰਦਰ ਮਾਹੌਲ ਬਣਿਆ ਹੋਇਆ, ਜਾਂ ਉਦੋਂ ਅਜਨਾਲਾ ਕਾਂਡ ਹੋਇਆ, ਜਾਂ ਜੋ ਕੁਝ ਵੀ ਹੋ ਰਿਹਾ ਸੀਗਾ ਪੰਜਾਬ ਦੇ ਵਿੱਚ, ਤਾਂ ਤੁਸੀਂ ਉਸ ਸਥਿਤੀ ਨੂੰ ਕਿਵੇਂ ਹੈਂਡਲ ਕਰਦੇ? ਜੇਕਰ ਤੁਸੀਂ ਕਲੀਅਰ ਕਰ ਰਹੇ ਹੋ ਕਿ ਮੇਰੇ ਕੋਲ ਪਾਵਰ ਹੁੰਦਾ ਤਾਂ ਮੈਂ 30 ਮਿੰਟ ਉਸ ਵਿਅਕਤੀ ਦੇ ਨਾਲ ਗੱਲ ਕਰ ਸਕਦਾ ਸੀ, ਅੰਮ੍ਰਿਤਪਾਲ ਦੇ ਨਾਲ ਮੈਂ ਬੁਲਾ ਕੇ ਗੱਲ ਕਰਦਾ, ਔਰ 30 ਮਿੰਟ ਦੇ ਵਿੱਚ ਇਹ ਮਸਲਾ ਸ਼ੁਰੂਆਤੀ ਦੌਰ ਦੇ ਵਿੱਚ ਹੀ ਸੁਲਝ ਜਾਣਾ ਸੀ। ਇਹਦੇ ਵਿੱਚ ਪੁਲਿਸ ਵਗੈਰਾ ਦੀ ਕੋਈ ਲੋੜ ਨਹੀਂ ਸੀਗੀ। ਹੁਣ ਇਸ ਵੇਲੇ ਜੋ ਪੁਲਿਸ ਅਨਪ੍ਰੋਫੈਸ਼ਨਲ ਤਰੀਕੇ ਦੇ ਨਾਲ ਕੰਮ ਕਰ ਰਹੀ ਹੈ। ਜੋ ਨੈਸ਼ਨਲ ਸਿਕਿਉਰਿਟੀ ਐਕਟ ਹੈ 1980, ਉਹਦਾ ਮਕਸਦ ਕੁਝ ਹੋਰ ਹੁੰਦਾ ਹੈ। ਤੇ ਤੁਸੀਂ ਦੇਖੋ 6 ਮਹੀਨੇ ਤੋਂ ਜੇਕਰ ਮਸਲਾ ਚੱਲ ਰਿਹਾ ਹੈ, ਜੇਕਰ ਮੰਨ ਲਓ ਫਾਇਰਿੰਗ ਰੇਂਜ ਬਣ ਗਿਆ ਤੇ ਇੱਕ ਦਿਨ ਦੇ ਵਿੱਚ ਤਾਂ ਨਹੀਂ ਬਣ ਗਿਆ, ਤੁਹਾਡਾ ਇੰਟੈਲੀਜੈਂਸ ਕਿੱਥੇ ਹੈ ਜੀ? ਤੁਸੀਂ ਸ਼ੁਰੂਆਤੀ ਦੌਰ ਦੇ ਵਿੱਚ ਕਿਉਂ ਨਹੀਂ NSA ਦੀ ਲੋੜ ਕਿਉਂ ਪਈ ਕਿ ਸ਼ੁਰੂਆਤੀ ਦੌਰ ਤੇ ਪੁਲਿਸ ਨੇ ਕੁਝ ਕੀਤਾ ਨਹੀਂ? और पुलिस नहीं करती। मैं बार बार यही कहूँगा कि गलबात दे राही इस मसले का हल हो सकता है। कोई गुमराह हो गया मान लो, यही कहा जाता है ना कि विदेशी एजेंसियां ने रेडिकलाइज किया। ਤੁਹਾਡੇ ਵਿੱਚ ਕਾਬਲੀਅਤ ਹੈ ਨਾ ਤਾਂ ਤੁਸੀਂ ਡੀ ਰੈਡੀਕਲਾਈਜ਼ ਕਰ ਲਓ ਨਾ, ਬੰਦਾ ਤਾਂ ਤੁਹਾਡਾ ਹੈ ਨਾ ਜੀ, ਤੁਸੀਂ ਉਹਨੂੰ ਡੀ ਰੈਡੀਕਲਾਈਜ਼ ਕਰ ਲਓ। ਅੱਛਾ, ਲੌਰੈਂਸ ਬਿਸ਼ਨੋਈ ਦਾ ਮਸਲਾ ਜਿਵੇਂ ਤੁਸੀਂ ਕਹਿ ਰਹੇ ਹੋ ਕੋਈ ਨੈਸ਼ਨਲ ਸਿਕਿਉਰਿਟੀ ਦਾ ਐਕਚੁਅਲ ਮਸਲਾ ਸੀਗਾ, ਉਹ ਬਿਲਕੁਲ ਸੀਗਾ। ਨੈਸ਼ਨਲ ਸਿਕਿਉਰਿਟੀ ਦਾ ਐਕਚੁਅਲ ਮਸਲਾ ਹੈ ਉਹ ਜੀ। ਲੌਰੈਂਸ ਬਿਸ਼ਨੋਈ ਤੇ ਲਗਾਉਣਾ ਚਾਹੀਦਾ ਹੈ, ਠੀਕ ਹੈ ਜੀ, ਕਿਉਂਕਿ ਉਹਦੇ ਖਿਲਾਫ ਕਿਸੇ ਨੇ ਗਵਾਹੀ ਨਹੀਂ ਦੇਣੀ ਹੈ, ਕਿਸੇ ਵੀ ਨੇ ਵੀ ਗਵਾਹੀ ਨਹੀਂ ਦੇਣੀ। ਪੂਰਾ ਗੋਲੀ ਕਾਂਡ ਸੀ, ਉਹਦਾ ਜਦੋਂ ਚਲਾਨ ਪੇਸ਼ ਹੁੰਦਾ ਹੈ ਤਾਂ ਤੁਸੀਂ ਉਹਦੇ ਵਿੱਚ ਪਹਿਲਾਂ ਕਹਿਤਾ ਸੀਗਾ ਕਿ ਇਹਦੇ ਵਿੱਚ ਇਨਸਾਫ ਜਿਹੜਾ ਉਹ ਨਹੀਂ ਮਿਲਣਾ, ਕਿਉਂਕਿ ਜਿਹੜੀ SIT ਹੈ ਕੈਪਟਨ ਅਮਰਿੰਦਰ ਸਿੰਘ ਨੇ ਜਿਸ ਕਰਕੇ ਬਣਾਈ ਸੀ ਇਹ ਉਸੇ ਹੀ ਰਾਹ ਦੇ ਉੱਤੇ ਕੰਮ ਕਰ ਰਹੀ ਹੈ। ਉਹੀ ਗੱਲ ਹੋਈ, ਉਧਰੋਂ ਇਨਸਾਫ ਮੋਰਚਾ ਜਿਹੜਾ ਸੀਗਾ ਉੱਥੇ ਬੈਠਾ ਉਹ ਕਹਿ ਰਿਹਾ ਕਿ ਸਾਡੀ ਜਿੱਤ ਹੋ ਗਈ, ਕਿ ਬਾਦਲਾਂ ਦਾ ਇਹਦੇ ਵਿੱਚ ਨਾਮ ਆਇਆ। ਉਧਰ ਬਾਦਲਾਂ ਨੂੰ ਹੁਣ ਜ਼ਮਾਨਤ ਉਸ ਦੇ ਵਿੱਚ ਮਿਲ ਗਈ ਹੈ, ਬਾਦਲ ਕਹਿੰਦੇ ਸਾਡੀ ਜਿੱਤ ਹੋ ਗਈ। ਇਨਸਾਫ ਜਿਹੜਾ ਉਹ ਕਿਸੇ ਪਾਸੇ ਦਿਖਿਆ ਨਹੀਂ। ਜਿੱਤ ਹੁਣ ਪਤਾ ਨਹੀਂ ਕਿਹਦੀ ਹੋਈ ਹੈ, ਪਰ ਤੁਹਾਡੀ ਗੱਲ ਜ਼ਰੂਰ ਸੱਚੀ ਹੋਈ ਹੈ
ਕਿ ਇਹਦੇ ਵਿੱਚ ਨਿਕਲਣਾ ਕੱਖ ਨਹੀਂ ਔਰ ਨਿਕਲ ਵੀ ਕੱਖ ਨਹੀਂ ਰਿਹਾ। ਹੁਣ ਇਹਦੇ ਵਿੱਚ ਅੱਗੇ ਕੀ ਹੋਊਗਾ? ਤੁਸੀਂ ਤਾਂ ਇਹ ਵੀ ਗੱਲ ਕਹਿਤੀ ਸੀ ਕਿ ਇਹ ਚਲਾਨ ਵੀ ਜਿਹੜਾ ਉੱਡ ਜਾਣਾ ਤੇ ਉਹ ਤੁਸੀਂ ਦੇਖ ਲਓ ਕਿ ਪਹਿਲੀ ਤਰੀਕ ਤੇ ਹੀ ਜਿਹੜਾ ਉਹਨਾਂ ਨੂੰ ਜ਼ਮਾਨਤ ਮਿਲ ਗਈ ਆ। ਇਨਸਾਫ ਫਿਰ ਕਿੱਥੇ ਰਹਿ ਗਿਆ? ਦੋਵੇਂ ਡੀਜੀਪੀ ਨੂੰ ਵੀ ਪੁੱਛੋ ਤਾਂ ਮੈਂ ਤਾਂ ਇਹਨਾਂ ਚਾਰੇ ਅਫਸਰਾਂ ਨੂੰ ਅਦਾਲਤ ਦੇ ਵਿੱਚ ਖੜੇ ਕਰਨਾ ਸੀ। ਵੀ ਤੁਸੀਂ ਕਿਹਦੇ ਕਹਿਣ ਤੇ ਇਹ ਕਿਸ ਤਰ੍ਹਾਂ ਹੋਇਆ? ਠੀਕ ਹੈ ਨਾ ਜੀ, ਦੁੱਧ ਦਾ ਦੁੱਧ ਪਾਣੀ ਦਾ ਪਾਣੀ ਅਦਾਲਤ ਦੇ ਵਿੱਚ ਹੋਣਾ ਸੀ ਤੇ ਇਹ ਸਾਰੇ ਡਰ ਗਏ ਜੀ। ਦੋਸ਼ੀ ਪਰਿਵਾਰ ਦਾ ਨਾਂ ਆਇਆ, ਦੋਸ਼ੀ ਪਰਿਵਾਰ ਦੇ ਖਿਲਾਫ ਬਹੁਤ ਜ਼ਿਆਦਾ ਸਬੂਤ ਸੀਗਾ। ਇਹ ਤਾਂ ਬੜੀ ਸੌਖੀ ਤੇ ਸਿੱਧੀ ਜੀ ਗੱਲ ਹੈ। ਜਿਹੜੇ ਮੇਰੀ ਆਪਣੀ ਕੋਈ ਰਿਪੋਰਟ ਨਹੀਂ ਸੀਗੀ, ਮੇਰੇ ਗਵਾਹਾਂ ਦੇ ਬਿਆਨ ਸੀਗੇ ਤੇ ਸਬੂਤ ਸੀਗੇ ਜੋ ਉਹਦੇ ਉੱਤੇ ਰੱਖੇ ਗਏ ਸੀ। ਤਾਂ ਮੇਰੇ ਤੋਂ ਕੋਈ ਨਹੀਂ ਡਰਿਆ, ਮੇਰੇ ਗਵਾਹਾਂ ਤੋਂ ਲੋਕੀ ਡਰ ਗਏ ਸੀ, ਮੇਰੇ ਗਵਾਹਾਂ ਤੋਂ ਡਰ ਗਏ। ਤੁਹਾਡੇ ਇਹ ਚੀਜ਼ਾਂ ਬੋਲਣ ਤੋਂ ਬਾਅਦ ਐਸਆਈਟੀ ਤੇ ਸਵਾਲ ਚੱਕਣ ਤੋਂ ਬਾਅਦ ਸਰਕਾਰ ਦੇ ਕਿਸੇ ਐਮਐਲਏ ਨੇ, ਸਰਕਾਰ ਦੇ ਕਿਸੇ ਮੰਤਰੀ ਨੇ, ਸਰਕਾਰ ਦੇ ਕਿਸੇ ਉੱਪਰਲੇ ਲੈਵਲ ਦੇ ਮੁੱਖ ਮੰਤਰੀ ਤੱਕ ਦੇ ਬੰਦੇ ਨੇ ਤੁਹਾਨੂੰ ਪੁੱਛਿਆ ਨਹੀਂ ਕਿ ਇਹ ਐਸਆਈਟੀ ਵਾਕਈ ਇਦਾਂ ਹੈ? ਕੁੰਵਰ ਜੀ ਦੱਸੋ, ਤੁਸੀਂ ਇਸ ਮਸਲੇ ਤੇ ਭਾਵੁਕਤਾ ਦੇ ਨਾਲ ਜੁੜੇ ਆ, ਇਸੇ ਮਸਲੇ ਦੇ ਕਰਕੇ ਅਸੀਂ ਤੁਹਾਨੂੰ ਲੈ ਕੇ ਆਏ ਸੀ, ਇਸੇ ਮਸਲੇ ਤੇ ਹੀ ਅਸੀਂ ਵੋਟਾਂ ਲਈਆਂ ਪੰਜਾਬ ਦੇ ਵਿੱਚ ਤੁਹਾਨੂੰ ਅੱਗੇ ਕਰਕੇ। ਤੁਸੀਂ ਦੱਸੋ ਫਿਰ ਆਪਾਂ ਕਿਵੇਂ ਕਰੀਏ? ਆਫ ਦਾ ਰਿਕਾਰਡ ਤਾਂ ਸਾਰੇ ਗੱਲਬਾਤ ਕਰਦੇ ਨੇ, ਹਰ ਵਿਅਕਤੀ ਕਰਦਾ ਹੈ, ਸਰਕਾਰ ਦੇ ਮੰਤਰੀ ਸਾਹਿਬਾਨ ਵੀ ਕਰਦੇ ਨੇ, ਐਮਐਲਏ ਸਾਹਿਬਾਨ ਵੀ ਕਰਦੇ ਨੇ, ਸਾਰੇ ਹੀ ਕਰਦੇ ਨੇ। ਲੇਕਿਨ ਜਦੋਂ ਔਨ ਦਾ ਰਿਕਾਰਡ ਦੀ ਗੱਲ ਆਉਂਦੀ ਹੈ ਕਿ ਮੇਰੇ ਨਾਲ ਆਓ ਜੀ, ਤਾਂ ਉੱਥੇ ਕੋਈ ਨਹੀਂ ਖੜਦਾ ਜੀ। ਸਤਿ ਸ਼੍ਰੀ ਅਕਾਲ, ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਸਾਡੇ ਨਾਲ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ। ਉਹਨਾਂ ਦੇ ਨਾਲ ਵੱਖ-ਵੱਖ ਪੰਜਾਬ ਦੇ ਅਹਿਮ ਮਸਲਿਆਂ ਤੇ ਜਿਹੜੀ ਆ ਉਹ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ, ਫਿਰ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ। ਸਰ ਸਵਾਗਤ ਹੈ ਜੀ, ਬਹੁਤ ਬਹੁਤ। ਸਤਿ ਸ੍ਰੀ ਅਕਾਲ ਜੀ। ਹੋਰ ਸਰ ਠੀਕ ਹੋ ਜੀ? ਬਹੁਤ ਵਧੀਆ ਜੀ। ਸਰ ਬਹੁਤ ਸਾਰੇ ਅਹਿਮ ਮਸਲਿਆਂ ਤੇ ਜਿਹੜੀ ਆ ਗੱਲਬਾਤ ਤੁਹਾਡੇ ਨਾਲ ਕਰਨੀ ਔਰ ਲੋਕ ਵੀ ਚਾਹੁੰਦੇ ਸੀਗੇ ਕਿ ਇਹਨਾਂ ਪ੍ਰਸ਼ਨਾਂ ਦੇ ਜਵਾਬ ਜਿਹੜੇ ਆ ਤੁਹਾਡੇ ਤੋਂ ਲਈਏ, ਕਿਉਂਕਿ ਬਹੁਤ ਜ਼ਿਆਦਾ ਅਹਿਮ ਔਰ ਤੁਹਾਡੇ ਨਾਲ ਵੀ ਜੁੜੇ ਹੋਏ ਆ, ਪੰਜਾਬ ਦੇ ਲੋਕਾਂ ਦੇ ਨਾਲ ਵੀ ਇਹ ਸਵਾਲ ਜਿਹੜੇ ਜੁੜੇ ਹੋਏ ਆ। ਸਭ ਤੋਂ ਪਹਿਲਾਂ ਮੈਂ ਉਸੇ ਤੇ ਹੀ ਆਊਂਗਾ ਜਿਹਦੇ ਕਰਕੇ ਤੁਹਾਨੂੰ ਬਹੁਤ ਜ਼ਿਆਦਾ ਜਾਣਿਆ ਜਾਂਦਾ। ਵੈਸੇ ਤਾਂ ਇਮਾਨਦਾਰੀ ਤੇ ਸਾਰੇ ਕਸ ਲਈ ਤੁਹਾਨੂੰ ਜਾਣਿਆ ਜਾਂਦਾ, ਤੇ ਪਰ ਇੱਕ ਕੇਸ ਜਿਹੜਾ ਅਹਿਮ ਬਰਗਾੜੀ, ਬਹਿਬਲ ਕਲਾਂ, ਬੇਅਦਬੀ, ਇਹਨਾਂ ਮੁੱਦਿਆਂ ਦੇ ਕਰਕੇ ਤੁਹਾਨੂੰ ਬਹੁਤ ਜ਼ਿਆਦਾ ਜਿਹੜਾ ਜਾਣਿਆ ਜਾਂਦਾ। ਤਾਂ ਜਿਹੜਾ ਕੋਟਕਪੂਰਾ ਗੋਲੀਕਾਂਡ ਸੀ, ਉਹਦਾ ਜਦੋਂ ਚਲਾਨ ਪੇਸ਼ ਹੁੰਦਾ ਹੈ ਤਾਂ ਤੁਸੀਂ ਉਹਦੇ ਵਿੱਚ ਪਹਿਲਾਂ ਕਹਿਤਾ ਸੀਗਾ ਕਿ ਇਹਦੇ ਵਿੱਚ ਇਨਸਾਫ ਜਿਹੜਾ ਉਹ ਨਹੀਂ ਮਿਲਣਾ, ਕਿਉਂਕਿ ਜਿਹੜੀ ਐਸਆਈਟੀ ਹੈ ਕੈਪਟਨ ਅਮਰਿੰਦਰ ਸਿੰਘ ਨੇ ਜਿਸ ਕਰਕੇ ਬਣਾਈ ਸੀ, ਇਹ ਉਸੇ ਹੀ ਰਾਹ ਦੇ ਉੱਤੇ ਕੰਮ ਕਰ ਰਹੀ ਹੈ। ਉਹੀ ਗੱਲ ਹੋਈ, ਉਧਰੋਂ ਇਨਸਾਫ ਮੋਰਚਾ ਜਿਹੜਾ ਸੀਗਾ ਉੱਥੇ ਬੈਠਾ, ਉਹ ਕਹਿ ਰਿਹਾ ਕਿ ਸਾਡੀ ਜਿੱਤ ਹੋ ਗਈ, ਕਿ ਬਾਦਲਾਂ ਦਾ ਇਹਦੇ ਵਿੱਚ ਨਾਮ ਆਇਆ। ਉਧਰ ਬਾਦਲਾਂ ਨੂੰ ਹੁਣ ਜ਼ਮਾਨਤ ਉਸ ਦੇ ਵਿੱਚ ਮਿਲ ਗਈ ਹੈ, ਬਾਦਲ ਕਹਿੰਦੇ ਸਾਡੀ ਜਿੱਤ ਹੋ ਗਈ। ਇਨਸਾਫ ਜਿਹੜਾ ਉਹ ਕਿਸੇ ਪਾਸੇ ਦਿਖਿਆ ਨਹੀਂ। ਜਿੱਤ ਹੁਣ ਪਤਾ ਨਹੀਂ ਕਿਹਦੀ ਹੋਈ ਹੈ, ਪਰ ਤੁਹਾਡੀ ਗੱਲ ਜ਼ਰੂਰ ਸੱਚੀ ਹੋਈ ਹੈ ਕਿ ਇਹਦੇ ਵਿੱਚ ਨਿਕਲਣਾ ਕੱਖ ਨਹੀਂ ਔਰ ਨਿਕਲ ਵੀ ਕੱਖ ਨਹੀਂ ਰਿਹਾ। ਹੁਣ ਇਹਦੇ ਵਿੱਚ ਅੱਗੇ ਕੀ ਹੋਊਗਾ? ਤੁਸੀਂ ਤਾਂ ਇਹ ਵੀ ਗੱਲ ਕਹਿਤੀ ਸੀ ਕਿ ਇਹ ਚਲਾਨ ਵੀ ਜਿਹੜਾ ਉੱਡ ਜਾਣਾ ਤੇ ਉਹ ਤੁਸੀਂ ਦੇਖ ਲਓ ਕਿ ਪਹਿਲੀ ਤਰੀਕ ਤੇ ਹੀ ਜਿਹੜਾ ਉਹਨਾਂ ਨੂੰ ਜ਼ਮਾਨਤ ਮਿਲ ਗਈ ਆ। ਇਨਸਾਫ ਫਿਰ ਕਿੱਥੇ ਰਹਿ ਗਿਆ? ਦੇਖੋ, ਮੈਂ ਬਹੁਤ ਸੋਚ ਵਿਚਾਰ ਕੇ ਇਹ ਗੱਲ ਕੀਤੀ ਸੀ ਔਰ ਉਸ ਉੱਥੇ ਜੋ ਬਹਿਬਲ ਕਲਾਂ ਦੇ ਵਿੱਚ ਜਿਹੜਾ ਇਕੱਠ ਹੋਇਆ ਸੀ 14 ਅਕਤੂਬਰ ਨੂੰ, ਮੈਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਇਹ ਗੱਲ ਕਹੀ ਸੀ ਕਿ ਹੁਣ ਇਨਸਾਫ ਨਹੀਂ ਮਿਲਣਾ। ਮੈਂ ਬਹੁਤ ਸੋਚ ਵਿਚਾਰ ਕੇ ਇਹ ਗੱਲ ਕਹੀ ਸੀ, ਕਿਉਂਕਿ 9 ਅਪ੍ਰੈਲ ਨੂੰ ਜੋ ਰਿਪੋਰਟ ਖਾਰਿਜ ਹੋਈ ਸੀ ਜਾਂ ਖਾਰਿਜ ਕਰਾਈ ਗਈ ਸੀ, ਉਸ ਤੋਂ ਪਹਿਲਾਂ ਇੱਕ ਦਿਨ ਪਹਿਲਾਂ 8 ਅਪ੍ਰੈਲ ਨੂੰ ਮੇਰੀ ਉਦੋਂ ਦੇ ਚੀਫ ਮਿਨਿਸਟਰ ਸਾਹਿਬ ਦੇ ਨਾਲ ਕਾਫੀ ਡਿਟੇਲ ਦੇ ਵਿੱਚ ਗੱਲਬਾਤ ਹੋਈ ਸੀਗੀ, ਮੁਲਾਕਾਤ ਹੋਈ ਸੀਗੀ। ਮੈਂ ਸਾਰੀ ਗੱਲ ਡਿਟੇਲ ਦੇ ਵਿੱਚ ਕਹੀ ਸੀ। ਮੈਂ ਕਲੀਅਰ ਕੀਤਾ ਸੀ ਕਿ ਇਸ ਰਿਪੋਰਟ ਨੂੰ ਬਚਾਓ, ਕਿਉਂਕਿ ਰਿਪੋਰਟ ਹਾਈ ਕੋਰਟ ਦੇ ਵਿੱਚ ਨਹੀਂ ਸੀਗਾ। ਹਾਈ ਕੋਰਟ ਦੇ ਵਿੱਚ ਸੁਣਵਾਈ ਚੱਲ ਰਹੀ ਸੀ। ਬਿਲਕੁਲ 5-10 ਪੰਨੇ ਜਿਹੜੇ ਸਿਨੋਪਸਿਸ ਦੇ ਹੁੰਦੇ ਨੇ ਉਹੀ ਲੱਗਿਆ ਹੋਇਆ। ਮੈਂ ਕਿਹਾ ਕਿ ਸਾਰੀ ਫਾਈਲ ਮੰਗਵਾਓ, ਸਾਰੀ ਫਾਈਲ ਮੰਗਵਾਓ। ਇਨਸਾਫ ਜੇਕਰ ਮਿਲਣਾ ਹੈ ਐਸੇ ਰਿਪੋਰਟ ਦੇ ਆਧਾਰ ਤੇ ਮਿਲਣਾ ਹੈ। ਜਦੋਂ 8 ਤਾਰੀਖ ਤੋਂ ਬਾਅਦ ਅਗਲੇ ਦਿਨ 9 ਤਾਰੀਖ ਨੂੰ 2021 ਸੀਗਾ, ਰਿਪੋਰਟ ਖਾਰਿਜ ਹੋ ਗਈ। ਮੈਂ ਉਦੋਂ ਹੀ ਇਸਤੀਫਾ ਦੇ ਦਿੱਤਾ ਔਰ ਮੈਂ ਕੈਪਟਨ ਸਾਹਿਬ ਨੂੰ ਵੀ ਕਹਿ ਦਿੱਤਾ ਸੀ ਕਿ ਜੇਕਰ ਰਿਪੋਰਟ ਖਾਰਿਜ ਹੋਊਗੀ ਮੈਂ ਇਸਤੀਫਾ ਦੇ ਦੇਣਾ ਹੈ। ਠੀਕ ਹੈ ਜੀ। ਚਲੋ, ਜੋ ਕੁਝ ਵੀ ਹੈ ਇਸ ਮਸਲੇ ਨੂੰ ਬਹੁਤ ਜ਼ਿਆਦਾ ਪੋਲਿਟਿਸਾਈਜ਼ ਕੀਤਾ ਗਿਆ। ਇਹ ਜਦੋਂ ਇਹ ਘਟਨਾ ਵਾਪਰੀ ਸੀ 2015 ਦੇ ਵਿੱਚ, ਖਾਸ ਕਰਕੇ ਦੇਖੋ 1 ਜੂਨ 2015 ਦੇ ਵਿੱਚ ਬੁਰਜ ਜਵਾਹਰ ਸਿੰਘ ਵਾਲਾ ਤੋਂ ਜੋ ਸਰੂਪ ਸਾਹਿਬ ਦੀ ਚੋਰੀ ਹੋਈ ਸੀ, ਉੱਥੋਂ ਸ਼ੁਰੂਆਤ ਹੋਈ ਸੀਗੀ। ਲੇਕਿਨ ਜੋ ਅਕਤੂਬਰ ਮਹੀਨੇ ਦੇ ਵਿੱਚ ਜੋ ਗੋਲੀकांड ਹੋਇਆ, ਪਹਿਲਾਂ ਕੋਟਕਪੂਰਾ ਦੇ ਵਿੱਚ, ਫਿਰ ਬਹਿਬਲ ਕਲਾਂ ਦੇ ਵਿੱਚ,
ਉਸ ਤੋਂ ਬਾਅਦ ਦੇਖੋ ਪੂਰੇ ਪੰਜਾਬ ਦੇ ਵਿੱਚ ਹਫੜਾ ਤਫੜੀ ਦਾ ਮਾਹੌਲ ਹੋ ਗਿਆ। ਉਦੋਂ ਵੀ ਦੇਖੋ ਜੋ ਤਫਤੀਸ਼ੀ ਟੀਮ ਬਣੀ ਸੀ ਉਹਨਾਂ ਨੇ ਵੀ ਠੀਕ ਕੰਮ ਨਹੀਂ ਕੀਤਾ। ਸਾਰੀਆਂ ਪਾਰਟੀਆਂ ਨੇ ਇਸ ਮਸਲੇ ਨੂੰ ਪੋਲਿਟਿਸਾਈਜ਼ ਕਰਨਾ ਸ਼ੁਰੂ ਕੀਤਾ। ਹਰ ਲੀਡਰਾਂ ਦਾ ਮੇਰੇ ਕੋਲ ਸਾਰਾ ਕੁਝ ਹੈ ਔਰ ਮੈਂ ਆਪਣੀ ਰਿਪੋਰਟ ਦੇ ਵਿੱਚ ਵੀ ਮੈਂ ਉਹ ਕੀਤਾ ਸੀ ਕਿ ਦੇਖੋ ਕਿਸ ਲੀਡਰ ਨੇ ਕੀ ਬੋਲਿਆ ਸੀ, ਇਹ ਹਰ ਚੀਜ਼ ਹੈ। ਠੀਕ ਹੈ, ਮੰਨ ਲਓ 14 ਅਕਤੂਬਰ 2022 ਨੂੰ ਜੋ ਸਮਾਗਮ ਸੀਗਾ ਉੱਥੇ ਮੈਂ ਕਲੀਅਰ ਕੱਟ ਕਿਹਾ ਸੀ ਕਿ ਹੁਣ ਇਨਸਾਫ ਨਹੀਂ ਮਿਲਣਾ ਹੈ। ਠੀਕ ਹੈ ਜੀ, ਇਹ ਕੋਈ ਬਿਆਨ ਮੇਰਾ ਨਹੀਂ ਸੀਗਾ, ਇਹ ਬਿਆਨ ਨਹੀਂ ਸੀਗਾ। 7 ਸਾਲ ਬੀਤ ਗਏ ਸੀਗੇ, ਮੈਂ ਉਸ ਤੋਂ ਪਹਿਲਾਂ ਇਹ ਕਿਹਾ ਸੀ ਨਾ ਕਿ 7 ਸਾਲ ਬੀਤ ਗਏ ਨੇ। 7 ਸਾਲ ਬੀਤ ਗਏ, ਬਿਲਕੁਲ। ਔਰ 7 ਸਾਲ ਜਦੋਂ ਬੀਤ ਗਏ ਉਸ ਤੋਂ ਬਾਅਦ ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ। ਦੂਸਰੀ ਗੱਲ ਆ ਜਾਂਦੀ ਹੈ ਕਿ ਇਨਸਾਫ ਮਿਲਣਾ ਹੈ ਅਦਾਲਤਾਂ ਤੋਂ। ਤੇ ਜਿਸ ਇਨਸਾਫ ਦੀ ਉਮੀਦ ਆਮ ਲੋਕਾਂ ਨੂੰ ਸੀਗੀ, ਪੰਜਾਬ ਦੇ ਆਵਾਮ ਨੂੰ ਸੀਗੀ, ਉਹ ਇਨਸਾਫ ਨਹੀਂ ਮਿਲ ਸਕਦਾ ਹੈ। ਮੈਂ ਇਹ ਵੀ ਕਿਹਾ ਸੀ ਕਿ ਕੁਦਰਤੀ ਇਨਸਾਫ ਮਿਲ ਸਕਦਾ ਹੈ। ਠੀਕ ਹੈ, ਮੈਂ ਇਹ ਵੀ ਜ਼ਿਕਰ ਕੀਤਾ ਸੀ ਕਿ ਮੇਰੀ ਅਪੀਲ ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ ਦੇ ਵਿੱਚ ਹੈ। ਠੀਕ ਹੈ, ਤਾਂ ਮੰਨ ਲਓ ਨੈਚੁਰਲ ਜਸਟਿਸ ਵੀ ਹੋਣਾ ਹੈ, ਆਮ ਜਨਤਾ ਵੱਲੋਂ ਵੀ ਇਨਸਾਫ ਹੋਣਾ ਹੈ, ਹੋ ਵੀ ਰਿਹਾ ਹੈ। ਲੇਕਿਨ ਜਿਸ ਇਨਸਾਫ ਦੀ ਉਮੀਦ ਆਮ ਪਬਲਿਕ ਨੂੰ ਸੀਗੀ, ਆਵਾਮ ਨੂੰ ਸੀਗੀ, ਉਹ ਇਨਸਾਫ ਨਹੀਂ ਮਿਲਣਾ ਹੈ। ਇਹ ਚਲਾਨ ਜਿਹੜਾ ਪੇਸ਼ ਹੋਇਆ ਮੇਰੇ ਹਿਸਾਬ ਦੇ ਨਾਲ 24 ਫਰਵਰੀ ਨੂੰ ਪੇਸ਼ ਹੋਇਆ ਸੀ। ਮੈਂ ਉਸ ਤੋਂ ਪਹਿਲਾਂ ਤੁਹਾਡੇ ਨਾਲ ਇੰਟਰਵਿਊ ਤਕਰੀਬਨ 3-4 ਦਿਨ ਪਹਿਲਾਂ ਹੋਇਆ ਸੀ। ਮੈਂ ਕਹਿ ਦਿੱਤਾ ਸੀ ਕਿ ਚਲਾਨ ਪੇਸ਼ ਕਰਨਗੇ ਤੇ ਚਲਾਨ ਪਹਿਲੀ ਹੀਅਰਿੰਗ ਤੇ ਉੜ ਜਾਣਾ ਹੈ। ਬਿਲਕੁਲ ਬਿਲਕੁਲ ਠੀਕ ਹੈ, ਮੇਰਾ ਵੀ ਤਜਰਬਾ ਹੈ ਜੀ 22-23 ਸਾਲ ਦਾ ਪੰਜਾਬ ਕੇਡਰ IPS ਦੇ ਵਿੱਚ ਮੈਂ ਰਹਿ ਕੇ ਨੌਕਰੀ ਕੀਤੀ ਹੈ ਔਰ ਐਕਚੁਅਲ ਨੌਕਰੀ ਕੀਤੀ ਹੈ ਜੀ, ਜਿਹਨੂੰ ਨੌਕਰੀ ਕਿਹਾ ਜਾਂਦਾ ਹੈ ਨਾ, ਸਰਵਿਸ ਕੀਤੀ ਹੈ ਜੀ। ਠੀਕ ਹੈ, ਮੈਂ ਕੋਈ ਟੌਰ ਟੱਪਾ ਜਾਂ ਉਸ ਤਰੀਕੇ ਦਾ ਕੰਮ ਨਹੀਂ ਕੀਤਾ। ਆਮ ਜਨਤਾ ਨੂੰ ਇਨਸਾਫ ਵਾਸਤੇ ਮੈਂ ਸਟਰਗਲ ਕੀਤਾ। ਤੇ ਦੇਖੋ ਜਿਸ ਇਨਸਾਫ ਦੇ ਬਾਰੇ ਤੁਸੀਂ ਗੱਲ ਕਰ ਰਹੇ ਹੋ ਜਾਂ ਆਮ ਜਨਤਾ ਗੱਲ ਕਰਦੀ ਹੈ ਇਨਸਾਫ ਦੀ, ਉਹ ਇਨਸਾਫ ਅਦਾਲਤਾਂ ਤੋਂ ਮਿਲਣਾ ਸੀ। ਲੇਕਿਨ ਅਦਾਲਤਾਂ ਦੇ ਵਿੱਚ ਜਦੋਂ ਕੇਸ ਜਾਂਦਾ ਹੈ ਤਾਂ ਉੱਥੇ ਹੁੰਦਾ ਕੀ ਹੈ, ਗਵਾਹਾਂ ਦੀ ਲੋੜ ਪੈਂਦੀ ਹੈ, ਵਕੀਲਾਂ ਦੀ ਆਪਸ ਦੇ ਵਿੱਚ ਜਿਰਾ ਹੁੰਦੀ ਹੈ। ਤਾਂ ਦੇਖੋ ਜੋ ਮਟੀਰੀਅਲ ਫਾਈਲ ਤੇ ਹੋਗਾ ਜਾਂ ਜੋ ਮਟੀਰੀਅਲ ਫਾਈਲ ਤੇ ਲਿਆਂਦਾ ਜਾਵੇਗਾ ਉਸ ਦੇ ਆਧਾਰ ਤੇ ਹੀ ਇਨਸਾਫ ਮਿਲਣਾ ਹੈ। ਜੋ ਸਾਡੀ ਰਿਪੋਰਟ ਸੀਗੀ ਉਸ ਰਿਪੋਰਟ ਦੇ ਵਿੱਚ ਦੇਖੋ A to Z ਹਰ ਤੱਥ ਉਹਦੇ ਉੱਤੇ ਰੱਖੇ ਗਏ ਨੇ। ਅੱਜ ਦੀ ਤਾਰੀਖ ਦੇ ਵਿੱਚ ਦੇਖੋ ਕਈ ਲੀਡਰ ਬੋਲਦੇ ਨੇ ਕਿ ਇਹਦੀ ਤਫਤੀਸ਼ ਹੋਣੀ ਚਾਹੀਦੀ ਸੀ 2007 ਤੋਂ ਲੈ ਕੇ। ਮੈਂ ਤਾਂ ਬਾਰ-ਬਾਰ ਕਲੀਅਰ ਕੀਤਾ ਹਾਂ ਕਿ ਜੋ ਸਾਡੀ ਤਫਤੀਸ਼ ਸੀਗੀ ਉਹ 2007 ਤੋਂ ਸੀ, ਜਦੋਂ ਸਵਾਂਗ ਰਚਿਆ ਗਿਆ ਸੀ ਗੁਰੂ ਗੋਬਿੰਦ ਸਿੰਘ ਜੀ ਦਾ ਪੋਸ਼ਾਕ ਪਾ ਕੇ, ਉਸ ਤਰੀਕੇ ਦਾ ਜਿਹੜਾ ਪੋਸ਼ਾਕ ਸੀਗਾ। ਉਹ ਵੀ ਕੇਸ ਹੁਣ ਬੇਅਦਬੀ ਵਾਲਾ ਵੀ ਕੇਸ ਦੇਖੋ ਚੰਡੀਗੜ੍ਹ ਦੇਖੋ ਉੱਥੋਂ ਕਿਉਂ, ਕਿਉਂਕਿ ਉਸ ਕੇਸ ਨੂੰ ਕੈਂਸਲ ਕੀਤਾ ਗਿਆ 2012 ਦੇ ਇਲੈਕਸ਼ਨ ਦੇ ਟਾਈਮ। 30 ਜਨਵਰੀ ਨੂੰ ਇਲੈਕਸ਼ਨ ਸੀਗਾ ਤੇ 25 ਜਨਵਰੀ ਨੂੰ ਕੈਂਸਲੇਸ਼ਨ ਭਰੀ ਗਈ ਸੀ। ਉਦੋਂ ਸਰਕਾਰ ਕਿਹਦੀ ਸੀਗੀ? ਅਕਾਲੀ ਦਲ ਦੀ ਸਰਕਾਰ ਸੀ। ਅਕਾਲੀ ਦਲ ਦੀ ਸਰਕਾਰ ਦੇ ਟਾਈਮ ਹੀ ਕੇਸ ਦਰਜ ਹੋਇਆ ਸੀ 2007 ਦੇ ਵਿੱਚ। ਤੇ ਠੀਕ 5 ਸਾਲ ਬਾਅਦ ਜਾ ਕੇ ਮੁਕੱਦਮਾ ਕੈਂਸਲ ਹੋ ਰਿਹਾ ਹੈ ਤੇ ਇਲੈਕਸ਼ਨ ਤੋਂ 5 ਦਿਨ ਪਹਿਲਾਂ। ਤਾਂ ਮੈਂ ਤਾਂ ਇਹੀ ਕਿਹਾ ਨਾ ਕਿ ਦੇਖੋ ਉਦੋਂ ਦੇ SSP ਨੂੰ ਪੁੱਛੋ ਜਿਨ੍ਹਾਂ ਨੇ ਕੇਸ ਦਰਜ ਕੀਤਾ ਸੀ। ਜਦੋਂ ਗਵਰਨਰ ਸਾਹਿਬ ਦੀ ਮਨਜ਼ੂਰੀ ਮਿਲ ਗਈ ਉਸ ਤੋਂ ਬਾਅਦ ਮੁਕੱਦਮਾ ਕੈਂਸਲ ਹੋ ਰਿਹਾ ਹੈ, ਇਹਦਾ ਕੀ ਮਤਲਬ ਹੈ ਜੀ? ਤਾਂ ਦੋਵੇਂ SSP ਨੂੰ ਪੁੱਛੋ ਜਿਨ੍ਹਾਂ ਨੇ ਗਵਰਨਰ ਸਾਹਿਬ ਦੀ ਮਨਜ਼ੂਰੀ ਲਈ ਸੀਗੀ, ਜਿਨ੍ਹਾਂ ਨੇ ਕੇਸ ਕੈਂਸਲ ਕੀਤਾ ਸੀ, ਤੇ ਦੋਵੇਂ DGP ਨੂੰ ਵੀ ਪੁੱਛੋ। ਤਾਂ ਮੈਂ ਤਾਂ ਇਹਨਾਂ ਚਾਰੇ ਅਫਸਰਾਂ ਨੂੰ ਅਦਾਲਤ ਦੇ ਵਿੱਚ ਖੜੇ ਕਰਨਾ ਸੀ ਵੀ ਤੁਸੀਂ ਕਿਹਦੇ ਕਹਿਣ ਤੇ ਇਹ ਕਿਸ ਤਰ੍ਹਾਂ ਹੋਇਆ ਜੀ। ਠੀਕ ਹੈ ਨਾ ਜੀ, ਦੁੱਧ ਦਾ ਦੁੱਧ ਪਾਣੀ ਦਾ ਪਾਣੀ ਅਦਾਲਤ ਦੇ ਵਿੱਚ ਹੋਣਾ ਸੀ। ਤੇ ਸਾਰੇ ਡਰ ਗਏ ਜੀ। ਦੋਸ਼ੀ ਪਰਿਵਾਰ ਦਾ ਨਾਂ ਆਇਆ, ਦੋਸ਼ੀ ਪਰਿਵਾਰ ਦੇ ਖਿਲਾਫ ਬਹੁਤ ਜ਼ਿਆਦਾ ਸਬੂਤ ਸੀਗਾ। ਇਹ ਤਾਂ ਬੜੀ ਸੌਖੀ ਤੇ ਸਿੱਧੀ ਜੀ ਗੱਲ ਹੈ। ਜਿਹੜੇ ਮੇਰੀ ਆਪਣੀ ਕੋਈ ਰਿਪੋਰਟ ਨਹੀਂ ਸੀਗੀ, ਮੇਰੇ ਗਵਾਹਾਂ ਦੇ ਬਿਆਨ ਸੀਗੇ ਤੇ ਸਬੂਤ ਸੀਗੇ ਜੋ ਉਹਦੇ ਉੱਤੇ ਰੱਖੇ ਗਏ ਸੀ। ਤਾਂ ਮੇਰੇ ਤੋਂ ਕੋਈ ਨਹੀਂ ਡਰਿਆ, ਮੇਰੇ ਗਵਾਹਾਂ ਤੋਂ ਲੋਕੀ ਡਰ ਗਏ ਜੀ, ਮੇਰੇ ਗਵਾਹਾਂ ਤੋਂ ਡਰ ਗਏ। ਤੇ ਜਦੋਂ ਮੰਨ ਲਓ ਉਹ ਸਾਰਾ ਸਬੂਤ ਅਦਾਲਤ ਦੇ ਵਿੱਚ ਸਾਹਮਣੇ ਨਹੀਂ ਰੱਖਿਆ ਜਾਊਗਾ ਤਾਂ ਇਨਸਾਫ ਕਿੱਥੋਂ ਮਿਲਣਾ ਹੈ? ਤਾਂ ਮੈਂ ਕਹਿ ਦਿੱਤਾ ਸੀ ਕਿ ਹੁਣ ਇਸ ਕੇਸ ਦੇ ਵਿੱਚ ਇਨਸਾਫ ਦੀ ਉਮੀਦ ਨਾ ਕਰੋ ਜੀ। ਮੈਂ ਇਹ ਵੀ ਕਿਹਾ ਕਿ ਜੋ ਤੁਹਾਨੂੰ ਇਨਸਾਫ ਵਾਸਤੇ ਬੋਲੂਗਾ ਕਿ ਮੈਂ ਇਨਸਾਫ ਦਿਲਾਵਾਂਗਾ, ਉਹ ਤੁਹਾਡੇ ਨਾਲ ਧੋਖਾ ਕਰੂਗਾ ਜੀ, ਧੋਖਾ ਕਰੂਗਾ। ਤੇ ਇਸ ਕਰਕੇ ਦੇਖੋ ਉਹ ਇਨਸਾਫ ਨਹੀਂ ਮਿਲਣਾ ਹੈ ਔਰ ਉਹ ਸਾਰਾ ਕੁਝ ਦੇਖੋ ਸਹੀ ਸਾਬਿਤ ਹੋ ਗਿਆ। ਇਹਨਾਂ ਨੇ ਜਦੋਂ ਚਲਾਨ ਦਿੱਤਾ 7000 ਸਫਿਆ ਦਾ ਹੈ ਜੀ, ਇਹ ਹੈ ਜੀ, ਉਹ ਸਾਡਾ ਤਾਂ ਗਿਣਤੀ ਕਰਕੇ ਦੇਖੋ ਇਸ ਤਰ੍ਹਾਂ ਦੇ ਕਈ 7000 ਹੋ ਜਾਣਗੇ। ਇੱਕ ਕਮਰਾ ਭਰਿਆ ਹੈ ਸਬੂਤਾਂ ਦੇ ਨਾਲ। ਅੱਜ ਵੀ ਸਾਡੀ ਜਿਹੜੀ ਰਿਪੋਰਟ ਹੈ, ਮੈਂ ਤੁਹਾਡੀ ਗੱਲ ਟੋਕ ਰਿਹਾ ਹਾਂ, ਉਹ ਫਰੀਦਕੋਟ ਦੀ ਮਾਨਯੋਗ ਅਦਾਲਤ ਦੇ ਵਿੱਚ ਹੈ। ਉਹ ਰਿਪੋਰਟ ਖਾਰਿਜ ਹੋ ਜਾਂਦੀ ਹੈ ਲੇਕਿਨ ਰਿਪੋਰਟ ਹੈ ਉੱਥੇ, ਲੇਕਿਨ ਅਸੀਂ ਅਪੀਲ ਕੀਤੀ ਹੋਈ ਹੈ ਜੀ।
ਜੇਕਰ ਸਾਡੀ ਅਪੀਲ ਮਨਜ਼ੂਰ ਹੋ ਜਾਂਦੀ ਹੈ ਤਾਂ ਉਹ ਰਿਪੋਰਟ ਵੀ ਨਾਲ ਲੱਗਣੀ ਹੈ ਜੀ। ਤੇ ਅਸੀਂ ਮਾਨਯੋਗ ਹਾਈ ਕੋਰਟ ਦੇ ਡਬਲ ਬੈਂਚ ਨੂੰ ਇਹੀ ਅਸੀਂ ਰਿਕੁਐਸਟ ਕਰਾਂਗੇ, 18/4 ਨੂੰ ਹੈ। ਮੈਂ ਤਾਂ ਪੰਜਾਬ ਸਰਕਾਰ ਨੂੰ ਵੀ, ਖਾਸ ਕਰਕੇ ਨਵੀਂ ਸਰਕਾਰ ਬਣੀ ਸੀ ਉਦੋਂ ਵੀ ਬਾਰ-ਬਾਰ ਮੈਂ ਅਪੀਲ ਕੀਤੀ ਕਿ ਤੁਸੀਂ ਵੀ ਜੁਆਇਨ ਕਰੋ। ਪਹਿਲਾਂ ਜਿਹੜੀ ਸਰਕਾਰ ਸੀਗੀ ਉਹ ਕੈਪਟਨ ਸਾਹਿਬ ਦੀ ਸੀਗੀ, ਫਿਰ ਚੰਨੀ ਸਾਹਿਬ ਦੀ, ਮੈਂ ਉਹਨਾਂ ਦੇ ਖਿਲਾਫ ਲੜਦਾ ਰਿਹਾ। ਹੁਣ ਦੇਖੋ ਜਦੋਂ ਆਪਣੀ ਸਰਕਾਰ ਬਣ ਗਈ ਤਾਂ ਅੱਜ ਵੀ ਦੇਖੋ ਮੈਂ ਲੜਾਈ ਲੜ ਰਿਹਾ, ਪੰਜਾਬ ਸਰਕਾਰ ਦੇ ਖਿਲਾਫ ਹੀ ਲੜਾਈ ਲੜ ਰਿਹਾ। ਇਸ ਕਰਕੇ ਮੈਂ ਇਹਨਾਂ ਨੂੰ ਵੀ ਲਿਖਤੀ ਤੌਰ ਤੇ ਵੀ, ਜ਼ਬਾਨੀ ਤੌਰ ਤੇ ਵੀ, ਮਿਲ ਕੇ ਵੀ ਮੈਂ ਬੇਨਤੀ ਕੀਤੀ ਸੀ ਕਿ ਮੇਰੀ ਅਪੀਲ ਜੁਆਇਨ ਕਰੋ। ਔਰ ਇਲੈਕਸ਼ਨ ਦੇ ਦੌਰਾਨ ਇਹਨਾਂ ਨੇ ਕਿਹਾ ਵੀ ਸੀ ਕਿ ਤੁਹਾਡੀ ਅਪੀਲ ਤਾਂ ਹੁਣ ਸਰਕਾਰੀ ਤੌਰ ਤੇ ਅਸੀਂ ਲੜਾਂਗੇ, ਲੇਕਿਨ ਅੱਜ ਤੱਕ ਦੇਖੋ 1 ਸਾਲ ਹੋ ਗਿਆ ਨਾ, ਸਰਕਾਰ ਨੇ ਜੁਆਇਨ ਨਹੀਂ ਕੀਤਾ, ਲੇਕਿਨ ਮੈਂ ਲੜਾਂਗਾ ਕੇਸ, ਮੈਂ ਕੇਸ ਲੜਾਂਗਾ। ਔਰ ਨੈਕਸਟ ਡੇਟ ਹੈ, ਜੇਕਰ ਸਰਕਾਰ ਸਪੋਰਟ ਕਰ ਦਿੰਦੀ ਹੈ ਤਾਂ ਬਹੁਤ ਵਧੀਆ, ਨਹੀਂ ਤਾਂ ਵੀ ਮੈਂ ਲੜਾਈ ਲੜਾਂਗਾ ਜੀ। ਨਹੀਂ ਤੇ ਤੁਹਾਡੀ ਜਿਹੜੀ ਇਹ ਅਪੀਲ ਹੈ ਇਹਨੂੰ ਸਰਕਾਰ ਜੁਆਇਨ ਨਹੀਂ ਕਰ ਰਹੀ, ਇਹਦੇ ਪਿੱਛੇ ਤੁਸੀਂ ਕੀ ਕਾਰਨ ਸਮਝਦੇ ਹੋ? ਨਹੀਂ, ਮੈਂ ਕੁਝ ਨਹੀਂ ਸਮਝਦਾ ਹਾਂ ਇਹਦੇ ਬਾਰੇ, ਮੈਂ ਟਿੱਪਣੀ ਨਹੀਂ ਕਰਾਂਗਾ। ਮੇਰਾ ਕੰਮ ਹੈ ਕਿ ਉਹਨਾਂ ਨੂੰ ਕਹਿਣਾ, ਤਾਂ ਮੈਂ ਲਿਖਤੀ ਤੌਰ ਤੇ ਵੀ ਦੇ ਚੁੱਕਿਆ ਹਾਂ। ਮੈਂ ਬਾਰ-ਬਾਰ ਉਹਨਾਂ ਨੂੰ ਅਪੀਲ ਕੀਤੀ ਹੈ, ਮਿਲ ਕੇ ਵੀ ਕੀਤੀ ਹੈ ਕਿ ਹਾਂ ਇਸ ਮੇਰੀ ਜੋ ਡਬਲ ਬੈਂਚ ਦੇ ਸਾਹਮਣੇ ਅਪੀਲ ਹੈ ਉਸ ਅਪੀਲ ਨੂੰ ਜੁਆਇਨ ਜੇਕਰ ਸਰਕਾਰ ਕਰਦੀ ਹੈ ਤਾਂ ਉਹਦੇ ਵਿੱਚ ਦੇਖੋ ਇਨਸਾਫ ਜ਼ਰੂਰ ਮਿਲਣਾ ਹੈ। ਅੱਛਾ ਸਰ, ਤੁਸੀਂ ਵਾਰ-ਵਾਰ ਇਹ ਗੱਲ ਕਹਿ ਰਹੇ ਹੋ ਕਿ ਇਹ SIT ਜਿਹੜੀ ਇਨਸਾਫ ਨਹੀਂ ਦੇ ਸਕਦੀ, ਔਰ ਜਿਹੜਾ ਤੁਹਾਨੂੰ ਇਹ ਕਹਿ ਰਿਹਾ ਕਿ ਇਨਸਾਫ ਦੇਵਾਂਗੇ ਉਹ ਤੁਹਾਨੂੰ ਗੁੰਮਰਾਹ ਕਰ ਰਿਹਾ। ਤੁਸੀਂ ਵਾਰ-ਵਾਰ ਇਹ ਸੰਗਤਾਂ ਨੂੰ ਜਿਹੜਾ ਅਗਾਹ ਕਰਦੇ ਰਹੇ ਹੋ। ਜ਼ਰੂਰਤ ਨਹੀਂ ਮੈਨੂੰ ਲੱਗਦਾ ਕਿ ਤੁਸੀਂ CM ਨੂੰ ਪਰਸਨਲ ਜਾ ਕੇ ਇਹ ਗੱਲਾਂ ਮਿਲ ਕੇ ਕਹੋ। ਮੈਨੂੰ ਲੱਗਦਾ ਕਿ ਜਦੋਂ ਤੁਸੀਂ ਬੋਲਦੇ ਹੋ ਤੁਹਾਨੂੰ ਸਾਰੇ ਲੋਕ ਜਿਹੜੇ ਉਹ ਧਿਆਨ ਨਾਲ ਸੁਣਦੇ ਆ, ਸਰਕਾਰ ਤੋਂ ਲੈ ਕੇ ਆਮ ਲੋਕਾਂ ਤੱਕ। ਪਰ ਤੁਹਾਡੇ ਇਹ ਚੀਜ਼ਾਂ ਬੋਲਣ ਤੋਂ ਬਾਅਦ, SIT ਤੇ ਸਵਾਲ ਚੱਕਣ ਤੋਂ ਬਾਅਦ ਸਰਕਾਰ ਦੇ ਕਿਸੇ MLA ਨੇ, ਸਰਕਾਰ ਦੇ ਕਿਸੇ ਮੰਤਰੀ ਨੇ, ਸਰਕਾਰ ਦੇ ਕਿਸੇ ਉੱਪਰਲੇ ਲੈਵਲ ਦੇ ਮੁੱਖ ਮੰਤਰੀ ਤੱਕ ਦੇ ਬੰਦੇ ਨੇ ਤੁਹਾਨੂੰ ਪੁੱਛਿਆ ਨਹੀਂ ਕਿ ਇਹ SIT ਵਾਕਈ ਇਦਾਂ ਹੈ? ਕੁੰਵਰ ਜੀ ਦੱਸੋ, ਤੁਸੀਂ ਇਸ ਮਸਲੇ ਤੇ ਭਾਵੁਕਤਾ ਦੇ ਨਾਲ ਜੁੜੇ ਆ, ਇਸੇ ਮਸਲੇ ਦੇ ਕਰਕੇ ਅਸੀਂ ਤੁਹਾਨੂੰ ਲੈ ਕੇ ਆਏ ਸੀ, ਇਸੇ ਮਸਲੇ ਤੇ ਹੀ ਅਸੀਂ ਵੋਟਾਂ ਲਈਆਂ ਪੰਜਾਬ ਦੇ ਵਿੱਚ ਤੁਹਾਨੂੰ ਅੱਗੇ ਕਰਕੇ। ਤੁਸੀਂ ਦੱਸੋ ਫਿਰ ਆਪਾਂ ਕਿਵੇਂ ਕਰੀਏ? ਨਹੀਂ ਦੇਖੋ, ਆਫ ਦਾ ਰਿਕਾਰਡ ਤਾਂ ਸਾਰੇ ਗੱਲਬਾਤ ਕਰਦੇ ਨੇ, ਹਰ ਵਿਅਕਤੀ ਕਰਦਾ ਹੈ, ਸਰਕਾਰ ਦੇ ਮੰਤਰੀ ਸਾਹਿਬਾਨ ਵੀ ਕਰਦੇ ਨੇ, MLA ਸਾਹਿਬਾਨ ਵੀ ਕਰਦੇ ਨੇ, ਸਾਰੇ ਹੀ ਕਰਦੇ ਨੇ। ਲੇਕਿਨ ਜਦੋਂ ਔਨ ਦਾ ਰਿਕਾਰਡ ਦੀ ਗੱਲ ਆਉਂਦੀ ਹੈ ਕਿ ਮੇਰੇ ਨਾਲ ਆਓ ਜੀ, ਤਾਂ ਉੱਥੇ ਕੋਈ ਨਹੀਂ ਖੜਦਾ ਜੀ, ਕੋਈ ਨਹੀਂ ਹੁੰਦਾ, ਉੱਥੇ ਕੋਈ ਨਹੀਂ ਖੜਦਾ। ਉਸ ਦਾ ਕਾਰਨ ਵੀ ਹੈ, ਉਸ ਦਾ ਕਾਰਨ ਹੈ ਕਿ ਦੇਖੋ मान लो केस पुराना हो गया, केस पुराना हो गया, लेकिन ठीक है जस्टिस डिलेड, जस्टिस डिनाइड, लेकिन लड़ाई तो लड़नी चाहिए है ना। कई लोग की सोचते ने कारण जो मैं क्या कि हुण तो पुराना हो गया जी, ये मसला भी दब जाना है जी। लेकिन मैं बार बार इन्हां नूं अपने लोगों भी मैं बार बार बोलता हूँ कि तुसी जेकर मेरे नाल नहीं आउंदे तो इस मसले नूं इग्नोर करोगे, इंसाफ नहीं मिलूगा, 200 साल तक ये मसला चलना है। पंजाब दी सियासत ते इस मुल्क दी सियासत नूं ਇਹ ਕੇਸ ਤੇ ਇਹ ਮਸਲਾ 200 ਸਾਲ ਤੱਕ ਪ੍ਰਭਾਵਿਤ ਕਰਨਾ ਹੈ। ਮੈਂ ਬਾਰ-ਬਾਰ ਅਗਾਹ ਕਰਦਾ ਹਾਂ। ਔਰ ਜਿਹੜਾ ਤੁਸੀਂ ਨੈਚੁਰਲ ਇਨਸਾਫ ਦੀ ਗੱਲ ਕਰਦੇ ਹੋ ਉਹਦੇ ਵਿੱਚ ਫਿਰ ਸਜ਼ਾ ਵੀ ਤਾਂ ਸਾਰਿਆਂ ਨੂੰ ਮਿਲਣੀ ਹੈ ਨਾ। ਦੇਖੋ ਮੈਂ ਉੱਥੇ ਵੀ ਗੱਲ ਕੀਤੀ ਕਿ ਉਸ ਅਦਾਲਤ ਦੇ ਵਿੱਚ ਜੋ ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ ਹੈ ਉੱਥੇ ਰੋਜ਼ਾਨਾ ਤੌਰ ਤੇ ਟ੍ਰਾਇਲ ਚੱਲ ਰਿਹਾ ਹੈ ਜੀ, ਡੇ ਟੂ ਡੇ ਟ੍ਰਾਇਲ ਉੱਥੇ ਚੱਲ ਰਿਹਾ ਹੈ ਜੀ। ਜੋ ਤੁਸੀਂ ਕਰ ਰਹੇ ਹੋ, ਜੋ ਮੈਂ ਕਰ ਰਿਹਾ, ਜੋ ਦੂਸਰੇ ਲੋਕ ਕਰ ਰਹੇ ਨੇ, ਉਹ ਹਰ ਚੀਜ਼ ਔਨ ਰਿਕਾਰਡ ਜਾ ਰਿਹਾ ਹੈ। ਮੈਂ ਇੱਕ ਹੋਰ ਗੱਲ ਕੀਤੀ ਸੀ, ਸਰਹੰਦ ਦੀ ਦੀਵਾਰ ਦੀ ਵੀ ਗੱਲ ਕੀਤੀ ਸੀ। ਉਹ ਜਿਹੜੀ ਦੀਵਾਰ ਹੈ ਨਾ ਜੀ, ਉੱਥੇ ਜਾ ਕੇ ਫੋਟੋ ਖਿਚਾ ਕੇ ਸੋਸ਼ਲ ਮੀਡੀਆ ਤੇ ਪਾਉਣ ਵਾਸਤੇ ਨਹੀਂ ਹੈ ਜੀ। ਉਹ ਸਰਹੰਦ ਦੀ ਦੀਵਾਰ ਤੇ ਹਰ ਚੀਜ਼ ਲਿਖੀ ਜਾਂਦੀ ਹੈ। ਅੱਜ ਉਹਨਾਂ ਸ਼ਹੀਦਾਂ ਕਰਕੇ ਹੀ, ਉਹਨਾਂ ਸ਼ਹੀਦਾਂ ਕਰਕੇ ਅੱਜ ਇੱਥੇ ਪੰਜਾਬ ਦੇ ਵਿੱਚ ਬੈਠੇ ਹੋਏ ਹਾਂ। ਨਹੀਂ ਤੇ ਇਹ ਵੀ ਕੋਈ ਕਿਰਗਿਜ਼ਸਤਾਨ ਜਾਂ ਕਜ਼ਾਕਿਸਤਾਨ, ਉਜ਼ਬੇਕਿਸਤਾਨ ਵਰਗਾ ਕੋਈ ਸਥਾਨ ਹੁੰਦਾ ਜੀ, ਅੱਜ ਪੰਜਾਬ ਨਹੀਂ ਹੁੰਦਾ ਤੇ ਇਸ ਤਰੀਕੇ ਦਾ ਇੰਡੀਆ ਨਹੀਂ ਹੁੰਦਾ ਜੀ। ਤਾਂ ਹੀ ਕਿਹਾ ਜਾਂਦਾ ਹੈ ਨਾ कि ये देश देश नहीं होता अगर पिता दशमेश नहीं होता। तो वो ऋण तो चुकाओ ना, नहीं चुका सकते हो प्रयास तो करो ना। तो मैं हमेशा प्रयास करांगा जी, ਜਦੋਂ तक मेरे ਸਾਹ ਹੈ, ਮੇਰੀ ਸਾਹ ਚਲਦੀ ਹੈ, ਮੈਂ ਇਹ ਪ੍ਰयास ਹਮੇਸ਼ਾ ਕਰਨਾ ਹੈ। ਭਾਵੇਂ ਮੈਂ ਨੌਕਰੀ ਦੇ ਵਿੱਚ ਸੀਗਾ, ਭਾਵੇਂ ਮਤਲਬ ਹੁਣ ਤੁਸੀਂ ਰਾਜਨੀਤੀ ਕਹਿ ਸਕਦੇ ਹੋ, ਲੇਕਿਨ ਮੈਂ ਰਾਜਨੀਤੀ ਨਹੀਂ ਬੋਲਦਾ, ਇਹਨੂੰ ਰਾਜਨੀਤਿਕ ਕ੍ਰਾਂਤੀ ਬੋਲਦਾ। ਮੈਂ ਰਾਜਨੀਤਿਕ ਕ੍ਰਾਂਤੀ ਜੁਆਇਨ ਕੀਤੀ ਹੈ। ਮੈਂ ਕ੍ਰਾਂਤੀ ਨੌਕਰੀ ਛੱਡਣ ਤੋਂ ਬਾਅਦ ਹੀ ਸ਼ੁਰੂ ਕਰ ਦਿੱਤੀ ਸੀ। ਖਾਸ ਕਰਕੇ 30 ਅਪ੍ਰੈਲ ਨੂੰ ਜਦੋਂ ਦਰਬਾਰ ਸਾਹਿਬ ਦੇ ਸਾਹਮਣੇ ਅੰਮ੍ਰਿਤਸਰ ਦੇ ਵਿੱਚ ਮਾਨਯੋਗ ਦਾਦੂਵਾਲ ਸਾਹਿਬ ਨੇ ਮੈਨੂੰ ਸਨਮਾਨਿਤ ਕੀਤਾ, ਇੱਕ ਤਰੀਕੇ ਦੇ ਨਾਲ ਕ੍ਰਾਂਤੀ ਉਸੇ ਦਿਨ ਸ਼ੁਰੂ ਹੋ ਗਈ ਸੀਗੀ। ਬਾਅਦ ਦੇ ਵਿੱਚ ਮੈਂ ਪਾਰਟੀ ਜੁਆਇਨ ਕਰ ਲਈ, ਆਮ ਆਦਮੀ ਪਾਰਟੀ।
तो क्रांति वो चल ही रही है, तो चलती रहूगी जी। बिल्कुल बिल्कुल। आखिरी ਇਹ ਸਵਾਲ ਇਹ ਮੈਂ ਇਸ ਮਸਲੇ ਤੇ ਜੁੜਿਆ ਕਰੂੰਗਾ, ਫਿਰ ਆਪਾਂ ਹੋਰ ਟੌਪਿਕ ਤੇ ਗੱਲ ਕਰਦੇ ਹਾਂ। ਇੱਕ ਬਾਈਬਲ ਕਲਾਂ ਜਿਹੜੀ ਰਿਪੋਰਟ ਹੈ, ਠੀਕ ਹੈ, ਕੋਟਕਪੂਰਾ ਰਿਪੋਰਟ ਤਾਂ ਜਿਹੜੀ ਆ ਉਹ ਖਾਰਜ ਜਿਹੜੀ ਆ ਹੋ ਗਈ ਸੀ, ਪਰ ਬਾਈਬਲ ਕਲਾਂ ਰਿਪੋਰਟ ਜਿਹੜੀ ਹੈ ਉਹ ਉਸੇ ਤਰ੍ਹਾਂ ਹੀ ਚੱਲ ਰਹੀ ਹੈ। ਉਹਨੂੰ ਤੁਸੀਂ ਪਰਸਨਲੀ ਉਸ ਨੂੰ ਲੜ ਕੇ ਉਸ ਨੂੰ ਲੈ ਕੇ ਆਏ ਹੋ, ਤਾਂ ਉਹਦੇ ਤੇ ਹੁਣ ਕੀ ਬਣ ਰਿਹਾ? ਬਾਈਬਲ ਕਲਾਂ ਰਿਪੋਰਟ ਤੇ ਕੀ ਬਣ ਰਿਹਾ? देखो, ਜਦੋਂ ਕੋਟਕਪੂਰਾ ਵਾਲੀ ਰਿਪੋर्ट ਖਾਰਿਜ ਹੋ ਗਈ ਤਾਂ ਦੋਸ਼ੀਆਂ ਵੱਲੋਂ ਇੱਕ ਫਿਰ ਰਿਟ ਦਾਇਰ ਕੀਤਾ ਗਿਆ ਮਾਨਯੋਗ ਹਾਈ ਕੋਰਟ ਦੇ ਵਿੱਚ ਕਿ ਅਫਸਰ ਹੀ ਮਾੜਾ ਹੈ ਜੀ, ਤੇ ਇਹਦੀ ਰਿਪੋर्ट ਕੋਟਕਪੂਰਾ ਵਾਲੀ ਖਾਰਿਜ ਹੋ ਗਈ ਹੈ ਤੇ ਬਹਬਲ ਕਲਾਂ ਵਾਲੀ ਵੀ ਖਾਰਿਜ ਕਰ ਦਿੱਤਾ ਜਾਵੇ ਜੀ। ਤਾਂ ਉਹਦੇ ਉੱਤੇ ਸੁਣਵਾਈ ਚੱਲ ਰਹੀ ਸੀ। ਤੁਹਾਨੂੰ ਪਤਾ ਹੈ ਕਿ ਮਈ ਮਹੀਨੇ ਦੇ ਵਿੱਚ ਪਿਛਲੇ ਸਾਲ ਮੈਂ ਮਾਨਯੋਗ ਸੀਐਮ ਸਾਹਿਬ ਨੂੰ ਚਿੱਠੀ ਲਿਖੀ ਔਰ ਮੈਂ ਆਪਣਾ ਨਿੱਜੀ ਵਕੀਲ ਕਰਕੇ ਮੈਂ ਕਿਹਾ ਕਿ ਨਹੀਂ, ਇਸ ਕੇਸ ਨੂੰ ਫਾਈਟ ਕਰਨਾ ਜ਼ਰੂਰੀ ਹੈ। ਤਾਂ ਜੋ 4 ਜੁਲਾਈ 2022 ਨੂੰ ਫੈਸਲਾ ਆਇਆ, ਉਸ ਫੈਸਲੇ ਦੇ ਵਿੱਚ ਮਾਨਯੋਗ ਹਾਈ ਕੋਰਟ ਨੇ ਇਹ ਕਿਹਾ ਕਿ ਨਹੀਂ, ਫਰਦਰ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ। ਤਾਂ ਸਾਡੀ ਜਿਹੜੀ ਰਿਪੋਰਟ ਸੀਗੀ ਉਹ ਰਿਪੋਰਟ ਕਾਇਮ ਹੈ ਅੱਜ ਵੀ। ਤਾਂ ਜੋ ਐਸਆਈਟੀ ਨਵਨਿਹਾਲ ਸਿੰਘ ਏਡੀਜੀਪੀ ਸਾਹਿਬ ਵਾਲੀ ਜਿਹੜੀ ਐਸਆਈਟੀ ਹੈ ਉਹ ਉਹਦੀ ਤਫਤੀਸ਼ ਕਰ ਰਹੀ ਹੈ ਤੇ ਉਹਨਾਂ ਨੇ ਫਰਦਰ ਇਨਵੈਸਟੀਗੇਸ਼ਨ ਕਰਨਾ ਹੈ। ਮਤਲਬ एक तरीके ਦੇ ਨਾਲ ਜੋ ਸਾਡੀ ਇਨਵੈਸਟੀਗੇਸ਼ਨ ਸੀਗੀ ਉਸ ਤੋਂ ਅੱਗੇ ਕਰਨਾ ਹੈ। ਜੋ ਅਸੀਂ ਕਰਤਾ ਉਸ ਤੋਂ ਅੱਗੇ ਬਸ ਇੱਕ ਦੋਸ਼ੀ ਪਰਿਵਾਰ ਦਾ ਰੋਲ ਹੀ ਹੈ ਨਾ ਜੀ ਕਿ ਤੁਸੀਂ ਉਹਨਾਂ ਦਾ ਚਲਾਨ ਕਰਨਾ ਚਾਹੁੰਦੇ ਹੋ ਕਿ ਨਹੀਂ ਕਰਨਾ ਚਾਹੁੰਦੇ ਹੋ, ਸਬੂਤ ਤਾਂ ਸਾਰਾ ਹੈ, ਠੀਕ ਹੈ ਕਿ ਨਹੀਂ। ਤਾਂ 2 ਸਾਲ ਲੇਕਿਨ ਉਸ ਐਸਆਈਟੀ ਦੇ ਵੀ ਹੋ ਗਏ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਬਿਲਕੁਲ ਬਿਲਕੁਲ ਜਦੋਂ ਐਲਕੇ ਜਾਦਵ ਜੀ ਵਾਲੀ ਐਸਆਈਟੀ ਬਣੀ ਸੀ ਨਾ, ਉਦੋਂ ਹੀ ਉਹ ਦੂਸਰੀ ਐਸਆਈਟੀ ਵੀ ਬਣ ਗਈ ਸੀ। ਉਸ ਤੋਂ ਪਹਿਲਾਂ ਦੋਵੇਂ ਕੇਸ ਮੇਰੇ ਕੋਲ ਚੱਲ ਰਹੇ ਸੀਗੇ, ਲੇਕਿਨ ਜਦੋਂ ਇੱਕ ਰਿਪੋर्ट ਖਾरिज ਹੋ ਗਈ ਔਰ ਮੈਂ ਇਸਤੀਫਾ ਦੇ ਦਿੱਤਾ ਤਾਂ ਇਹਨਾਂ ਨੇ 2 ਐਸਆਈਟੀ ਬਣਾ ਦਿੱਤੀ। ਇੱਕ ਐਸਆਈਟੀ ਨੇ ਦੂਜੀ ਐਸਆਈਟੀ ਤੇ ਇਲਜ਼ਾਮ ਵੀ ਲਗਾਇਆ ਹਾਈ ਕੋਰਟ ਦੇ ਵਿੱਚ ਐਫੀਡੇਵਿਟ ਦੇ ਕੇ। ਮੈਨੂੰ ਯਾਦ ਵੀ ਹੈ 20 ਮਈ 2022 ਨੂੰ ਇੱਕ ਐਫੀਡੇਵਿਟ ਫਾਈਲ ਹੋਈ ਸੀ ਕਿ ਇੱਕ ਐਸਆਈਟੀ ਨੇ ਦੂਜੀ ਐਸਆਈਟੀ ਤੇ ਇੱਕ ਇਲਜ਼ਾਮ ਲਗਾਇਆ ਕਿ ਉਹ ਸਾਡੇ ਨਾਲ ਸਾਂਝੀ ਨਹੀਂ ਕਰਦੇ ਜੀ। ਤੇ ਇਸ ਕਰਕੇ ਵੀ ਦੇਖੋ ਕੇਸ ਕਾਫੀ ਖਰਾਬ ਹੋਇਆ। ਤੇ ਇਸ ਕਰਕੇ ਮੈਂ ਇਹ ਕਹਾਂਗਾ ਕਿ ਜੋ ਬਹਬਲ ਕਲਾਂ ਵਾਲਾ ਕੇਸ ਹੈ ਨਾ ਜੀ, ਉਹ ਤਾਂ ਸਾਡੀ ਰਿਪੋर्ट ਆਲਰੇਡੀ ਮਾਨਯੋਗ ਸੈਸ਼ਨ ਅਦਾਲਤ ਫਰੀਦਕੋਟ ਦੇ ਵਿੱਚ ਹੈ। ਉਹ ਚਾਰਜ ਤੇ ਲੱਗਿਆ ਹੋਇਆ ਸੀ, ਲੇਕਿਨ ਪਤਾ ਨਹੀਂ ਚਾਰਜ ਫਰੇਮ ਕਿਉਂ ਨਹੀਂ कराया जा रहा है और जो साडा प्रोसिक्यूशन ब्रांच है वो क्यों मतलब एक्टिव नहीं हो रहा है। दूसरा जो एसआईटी है उन्होंने भी चाहिए है कि जो चलान फाइनल देना है ना, एक चलान दे दें। उदों भी मैं कहा सी ना कि 10वां चलान बाकी है, एक चलान कोटकपूरा ते बहबल कलां दे विच होर जाना सी ਜਦੋਂ मैं रिजाइन ਕੀਤਾ ਸੀ। ਤਾਂ ਹੁਣ 2 ਸਾਲ ਹੋ ਗਏ, ਜੋ ਕਰਨਾ ਹੈ ਕਰਕੇ ਮਤਲਬ ਪਾਸੇ ਕਰਨਾ ਚਾਹੀਦਾ ਹੈ। ਬਾਕੀ ਅਦਾਲਤ ਦੇ ਉੱਤੇ ਛੱਡਣਾ ਚਾਹੀਦਾ ਹੈ, ਜਨਤਾ ਦੇ ਉੱਤੇ, ਤੇ ਗੁਰੂ ਗੋਬਿੰਦ ਸਿੰਘ ਜੀ ਨੇ ਤੇ ਇਨਸਾਫ ਕਰਨਾ ਹੀ ਕਰਨਾ ਹੈ। ਬਿਲਕੁਲ ਬਿਲਕੁਲ। ਚਲੋ ਆਪਾਂ ਅਗਲੇ ਟੌਪਿਕ ਤੇ ਸਰ ਗੱਲ ਕਰਦੇ ਹਾਂ। ਲਾਰੈਂਸ ਬਿਸ਼ਨੋਈ ਦੀ ਜਿਹੜੀ ਇੱਕ ਇੰਟਰਵਿਊ ਜੇਲ੍ਹ ਦੇ ਵਿੱਚ ਹੋ ਜਾਂਦੀ ਹੈ, ਤੁਹਾਡੀ ਸਰਕਾਰ ਨੂੰ ਲੋਕਾਂ ਨੇ ਬਦਲਾਅ ਦੇ ਰੂਪ ਦੇ ਵਿੱਚ ਚੁਣਿਆ ਕਿ ਇਹ ਬਦਲਾਅ ਹੈ ਕਿ ਜੇਲ੍ਹਾਂ ਦੇ ਵਿੱਚੋਂ ਗੈਂਗਸਟਰ ਇੰਟਰਵਿਊ ਕਰਨ। ਤੁਸੀਂ ਕਿਵੇਂ ਦੇਖਦੇ ਹੋ ਇਸ ਜਿਹੜੀ ਲਾਰੈਂਸ ਬਿਸ਼ਨੋਈ ਦੀ ਜਿਹੜੀ ਜੇਲ੍ਹ ਦੇ ਵਿੱਚੋਂ ਇੰਟਰਵਿਊ ਹੋ ਜਾਣੀ, ਔਰ ਸਿਰਫ ਇੱਕ ਵਾਰ ਨਹੀਂ ਔਰ 2 ਵਾਰੀ? ਪਹਿਲੀ ਜਿਹੜੀ ਇੰਟਰਵਿਊ ਹੁੰਦੀ ਹੈ ਉਸ ਤੋਂ ਬਾਅਦ ਡੀਜੀਪੀ ਸਾਹਿਬ ਤਰਕ ਦਿੰਦੇ ਆ ਕਿ ਨਹੀਂ ਜੀ ਦੇਖੋ ਇੱਥੇ ਮੁੱਛਾਂ ਹੋਰ ਨੇ, ਇੱਥੇ ਵਾਲ ਹੋਰ ਹੈ, ਇੱਥੇ ਜੀ ਗੋਇੰਦਵਾਲ ਸਾਹਿਬ ਦੀ ਜੇਲ੍ਹ ਦਾ ਜ਼ਿਕਰ ਨਹੀਂ ਹੋਇਆ, ਤਾਂ ਇਸ ਕਰਕੇ ਇਹ ਜਿਹੜੀ ਹੈ ਇੰਟਰਵਿਊ ਪੁਰਾਣੀ ਹੈਗੀ ਹੈ। ਉਸ ਡੀਜੀਪੀ ਸਾਹਿਬ ਦੇ ਉਸ ਪ੍ਰੈਸ ਕਾਨਫਰੰਸ ਕਰਨ ਤੋਂ ਬਾਅਦ ਦੂਜੇ ਦਿਨ ਇੱਕ ਹੋਰ ਇੰਟਰਵਿਊ ਆ ਜਾਂਦਾ, ਜਿਹੜੇ ਤਰਕ ਦੇ ਕੇ ਡੀਜੀਪੀ ਸਾਹਿਬ ਬਚੇ ਸੀਗੇ ਕਿ ਇਹ ਸਾਡੀ ਜੇਲ੍ਹ ਦੀ ਇੰਟਰਵਿਊ ਨਹੀਂ, ਉਹੀ ਸਾਰੀਆਂ ਗੱਲਾਂ ਲਾਰੈਂਸ ਬਿਸ਼ਨੋਈ ਨੇ ਕਰਕੇ ਦੱਸਤਾ ਕਿ ਭਾਈ ਇੰਟਰਵਿਊ ਤੁਹਾਡੀ ਜੇਲ੍ਹ ਦੀ ਹੋਈ ਹੈ। ਤਾਂ ਹਲੇ ਵੀ ਸਰਕਾਰ ਜਿਹੜੀ ਉਹ ਲੱਭ ਨਹੀਂ ਸਕੀ, ਲਾਰੈਂਸ ਬਿਸ਼ਨੋਈ ਤੋਂ ਪੁੱਛ ਕੇ ਦੱਸ ਨਹੀਂ ਸਕੀ ਕਿ ਇੰਟਰਵਿਊ ਜਿਹੜੀ ਉਹ ਕਿੱਥੋਂ ਦੀ ਹੈ। ਉਹ ਤੇ ਸਰਕਾਰ ਬਿਲਕੁਲ ਚੁੱਪ ਹੈ। ਤੁਸੀਂ ਕਿਵੇਂ ਦੇਖਦੇ ਹੋ? ਦੇਖੋ, ਉਹ ਜੋ ਇੰਟਰਵਿਊ ਹੋਇਆ ਸੀ 13 ਮਾਰਚ ਨੂੰ ਹੋਇਆ ਸੀ, ਅੱਜ 28 ਮਾਰਚ ਹੈ ਜੀ, ਪੂਰੇ 15 ਦਿਨ ਹੋ ਗਏ, ਠੀਕ ਹੈ। ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਦੇਖੋ, ਇੱਕ ਸਮਾਰਟਫੋਨ, एक गैंगस्टर, एक जेल ते एक पत्रकार, एक पिछे ब्लैक पर्दा, पिछे ब्लैक पर्दा भी। जेकर जेल दे विच सारा कुछ अवेलेबल है, हुण तक दे जो हालात ने उन्हां हालातां दे मुताबिक ये इंटरव्यू जिस जेल दे विच वो बंद है, बठिंडा जेल दे विच है, हुण तक जिहड़े हालात ने उन्हां हालातां दे मुताबिक बठिंडा जेल तो ये इंटरव्यू कराई गई है। लेकिन तुसीं देखो, कई लोग ये कह रहे हैं कि किसी दूसरे थां दा है। डीजीपी साहब ने लाइव होके अपनी मतलब दलील पेश की, वो भी देखो अनफॉर्चुनेट पार्ट रहा, क्योंकि जो तुसी क्लैरिफिकेशन दे रहे हो उस तो पहला डीजीपी साहब नूं चाहिदा सी कि FIR दर्ज कर दे। FIR दर्ज कर, ये एक्चुअल नैशनल सिक्योरिटी दा मैटर है,
ਐਕਚੁਅਲ ਨੈਸ਼ਨਲ ਸਿਕਿਉਰਿਟੀ ਦਾ ਹੈ। ਠੀਕ ਹੈ ਜੀ, ਸਰਕਾਰਾਂ ਦੋ ਹੀ ਨੇ ਜੀ, ਇੱਕ ਸਰਕਾਰ ਕੇਂਦਰ ਦੀ ਹੈ, ਇੱਕ ਸਰਕਾਰ ਪੰਜਾਬ ਸਰਕਾਰ ਹੈ। ਠੀਕ ਹੈ ਜੀ, ਤਾਂ ਕੋਈ ਨਾ ਕੋਈ ਤਾਂ ਵਿਅਕਤੀ ਹੋਊਗਾ ਨਾ ਜਿਨ੍ਹਾਂ ਨੇ ਇਹ ਸਾਰਾ ਫੈਸਿਲਿਟੇਟ ਕੀਤਾ ਹੋਊਗਾ ਜੀ। ਬਿਲਕੁਲ। तो केंद्र सरकार तो भी ऊपर, पंजाब सरकार तो भी ऊपर, एक गैंगस्टर सरकार भी हो गई ना जी। एक गैंगस्टर सरकार हो गई। गैंगस्टर अपनी मर्जी दे नाल सरकार चला रहा है, जेकर FIR दर्ज नहीं होया। ठीक है ना जी, इत्थे हर तरह दियां एजेंसियां ने जी। ठीक है, सेंटर दी भी एजेंसी है, पंजाब दी भी एजेंसी है, पंजाब पुलिस है, सारा कुछ है। तो जेकर FIR नहीं हुंदा है तो DGP साहब नूं ਇਹ ਚਾਹੀਦਾ ਸੀ कि क्लैरिफिकेशन देण तो ਪਹਿਲਾਂ तफ्तीश कराउण दे FIR दर्ज करके और तफ्तीश करा के दूध ਦਾ दूध ਪਾਣੀ ਦਾ ਪਾਣੀ ਕਰ ਦੇ ਕਿ ਇਹ ਕਿੱਥੋਂ ਹੋਈ ਹੈ, ਕਿਸ ਤਰ੍ਹਾਂ ਹੋਈ ਹੈ। ਤੁਹਾਡੀ ਕਸਟਡੀ ਦੇ ਵਿੱਚ ਬੰਦਾ ਹੈਗਾ ਔਰ 5 ਮਿੰਟਾਂ 'ਚ ਪਤਾ ਲੱਗ ਸਕਦਾ ਹੈ। ਐਕਚੁਅਲ ਨੈਸ਼ਨਲ ਸਿਕਿਉਰਿਟੀ ਦਾ ਮੈਟਰ ਇਹ ਬੰਦਾ ਹੈ। ਉਸ ਦੇ ਨਾਲ ਹੁੰਦਾ ਕੀ ਹੈ ਜੀ, ਜੋ ਥੱਲੇ ਵਾਲੀ ਪੁਲਿਸ ਹੁੰਦੀ ਹੈ ਨਾ, ਮੈਂ ਥੱਲੇ ਤਾਂ ਨਹੀਂ ਬੋਲਦਾ ਹਾਂ ਲੇਕਿਨ ਲੋਕੀ ਬੋਲਦੇ ਨੇ, ਸਬਆਰਡੀਨੇਟ ਰੈਂਕ ਹੈ, ਜੋ ਸਿਪਾਹੀ, ਹੌਲਦਾਰ, ਥਾਣੇਦਾਰ ਹੁੰਦੇ ਨੇ, ਉਹ ਗੁੰਮਰਾਹ ਹੋ ਜਾਂਦੇ ਨੇ ਜੀ, ਉਹ ਗੁੰਮਰਾਹ ਹੋ ਜਾਂਦੇ ਨੇ। ਤਾਂ ਅੱਜ ਕੱਲ ਦੇ ਜਿਹੜੇ ਹਾਲਾਤ ਬਣੇ ਹੋਏ ਨੇ, ਸਭ ਤੋਂ ਜ਼ਿਆਦਾ ਪੀੜਿਤ ਵਹੀ ਲੋਕ ਨੇ ਜੀ, ਕਿਉਂਕਿ ਲੀਡਰਸ਼ਿਪ ਕ੍ਰਾਈਸਿਸ ਆ ਗਈ ਹੈ ਪੰਜਾਬ ਪੁਲਿਸ ਦੇ ਵਿੱਚ। ਲੀਡਰਸ਼ਿਪ ਕ੍ਰਾਈਸਿਸ ਆ ਗਈ ਹੈ। ਜੁਲਾਈ 2022 ਤੋਂ ਐਕਟਿੰਗ DGP ਮਤਲਬ ਐਡ ਹੌਕ DGP ਦਾ ਪੋਸਟ ਚੱਲ ਰਿਹਾ ਹੈ। ਤਾਂ ਜੋ DGP UPSC ਦੇ ਪੈਨਲ ਤੋਂ ਲੱਗੇ ਹੋਏ ਸੀਗੇ, ਉਹ ਹਾਊਸਿੰਗ ਕਾਰਪੋਰੇਸ਼ਨ ਦੇ ਵਿੱਚ ਲੱਗੇ ਹੋਏ ਨੇ। ਤੇ ਐਕਟਿੰਗ DGP ਕੰਮ ਕਰ ਰਹੇ। ਮੈਂ ਕਹਿ ਰਿਹਾ ਕਿ ਠੀਕ ਹੈ, ਇਹਨਾਂ ਨੂੰ ਹੀ ਬਣਾਉਣਾ, ਇਹਨਾਂ ਨੂੰ ਪਾਵਰ ਦੇ ਦਿਓ, ਇਹਨਾਂ ਨੂੰ ਪਾਵਰ ਦੇ ਦਿਓ, ਤਾਂ ਜੋ 7-8 ਹੋਰ DGP ਨੇ ਉਹ भी ट्राई कर रहे ने। घट्टो घट ये चीज तो बंद हो जाएगा ना कि एक DGP रहेगा, एक DGP रहेगा तो वो अपना काम शुरू करेगा जी। लेकिन तुसी देखो DGP दे थल्ले भी 7 DGP हो गए, DGP दे ऊपर भी कई DGP ने। तो इस करके पावर जेकर दे दिता जावे फुल पावर तो DGP अपना काम करेंगे। तो इस करके देखो जो लीडरशिप क्राइसिस आज आ गई है, गल ये हैगी है, देखो उस देखो लीडरशिप क्राइसिस ਨੂੰ ਖਤਮ ਕਰਨਾ ਜ਼ਰੂਰੀ ਹੈ। आज ਜ਼ਰੂਰਤ ਹੈ ਪੰਜਾਬ ਪੁਲਿਸ ਨੂੰ ਇੱਕ ਚੰਗੇ ਤਰੀਕੇ ਦੇ ਨਾਲ, ਪ੍ਰੋਫੈਸ਼ਨਲ ਪੁਲਿਸ ਹੈ ਜੀ ਪੰਜਾਬ ਪੁਲਿਸ, 80,000 ਦੀ ਫੋਰਸ ਹੈ, ਉਹਨੂੰ ਲੀਡਰਸ਼ਿਪ ਦੇਣ ਦੀ ਲੋੜ ਹੈ, ਗਾਈਡੈਂਸ ਕਰਨ ਦੀ ਲੋੜ ਹੈ। ਤਾਂ ਗਾਈਡ ਕਰਨਾ ਬਹੁਤ ਕੁਮਰ ਜੀ, ਗੱਲ ਇਹ ਹੈ ਕਿ ਜੇਲ੍ਹ ਦੀ ਕਿਸ ਦੀ ਇਹ ਇੰਟਰਵਿਊ ਹੈ, ਇਹਦੇ ਵਾਸਤੇ ਤਾਂ DGP ਸਾਹਿਬ ਦੀ ਮੌਜੂਦਾ ਪਾਵਰ ਹੀ ਬੜੀ ਹੈਗੀ ਹੈ। नहीं वो तो है। तो मैं तो यही कहूँगा कि देखो अनफॉर्चुनेट पार्ट रहा कि उन्होंने वो भी अफसर काफ़ी मतलब चंगे अफसर मने जाते ने, लेकिन जो क्लैरिफिकेशन उन्होंने दिता उस तो बाद फिर दोबारा इंटरव्यू हो जाता है। लग रहा है कि DGP साहब ਨੂੰ ਜਵਾਬ ਦਿੱਤਾ ਹੋਵੇ ਉਹਨੇ। तो उस तो बाद तो जरूर FIR दर्ज करना चाहिए सी। FIR दर्ज करके सीधा दूध ਦਾ दूध ਪਾਣੀ ਦਾ ਪਾਣੀ ਕਰੋ कि हाँ जी, ਜਾਂ ਫਿਰ ਦੱਸ ਦਿਓ आज ਦੀ ਤਾਰੀਖ ਦੇ ਵਿੱਚ ਮੰਨ ਲਓ ਭਾਵੇਂ ਪੰਜਾਬ ਦੀ ਸਰਕਾਰ ਹੈ, ਸੈਂਟਰ ਦੀ ਸਰਕਾਰ ਹੈ, ਲੇਕਿਨ ਆਮ ਜਨਤਾ ਸੇਫ ਨਹੀਂ ਹੈ ਨਾ ਜੀ। ਆਮ ਜਨਤਾ ਆਪਣੇ ਆਪ ਨੂੰ ਸਿਕਿਉਰ ਨਹੀਂ ਮਹਿਸੂਸ ਕਰਦੀ ਹੈ, ਅਸੀਂ ਆਪ ਸਿਕਿਉਰ ਨਹੀਂ ਮਹਿਸੂਸ ਕਰਦੇ ਜੀ। ਤੇ ਇਸ ਕਰਕੇ ਦੇਖੋ ਇਸ ਚੀਜ਼ ਨੂੰ ਦਰੁਸਤ ਕਰਨਾ ਜ਼ਰੂਰੀ ਹੈ। ਜੋ ਵੀ ਹੈ दूध ਦਾ दूध ਪਾਣੀ ਦਾ ਪਾਣੀ ਤਾਂ ਹੋਣਾ ਚਾਹੀਦਾ ਹੈ ਨਾ, ਕਿਉਂਕਿ ਗੈਂਗਸਟਰ ਦਾ, ਮਾਫੀਆ ਦਾ ਰੂਲ ਨਹੀਂ ਚੱਲਣਾ ਚਾਹੀਦਾ ਹੈ। ਘੱਟੋ ਘੱਟ ਪੰਜਾਬ ਵਰਗੇ ਪੰਜਾਬ ਦੇ ਜਿਹੜੇ ਮੌਜੂਦਾ ਹਾਲਾਤ ਹੈ, ਇਹਦੇ ਵਿੱਚ ਹਰ ਕਮਿਊਨਿਟੀ ਦੇ ਵਿੱਚ ਹੀ ਜਿਹੜੇ ਡਰ ਦਾ ਮਾਹੌਲ, ਸਹਿਮ ਦਾ ਮਾਹੌਲ ਜਿਹੜਾ ਬਣਿਆ ਹੋਇਆ ਕੁਵਰ ਜੀ। ਨਹੀਂ ਦੇਖੋ, मैं जो मौजूदा हालात की गल जो तुसी कर रहे हो, मैं बहुत टिप्पणी नहीं करांगा, क्योंकि देखो 18 तारीख तो लेके आज 28 तारीख तक जो पंजाब की माइनॉरिटी कम्यूनिटी है उन्होंने दे अंदर दहशत की भावना है। जो पंजाब की मेजोरिटी कम्यूनिटी है वो अपने आप को इनसिक्योर फील कर रही है। जो पुलिस का सबऑर्डिनेट रैंक है वो अपने आप को गुमराह महसूस कर रहा है। तो इस करके इस हालात तो देखो वो एक्चुअल जो 23 ਤਰੀਕ ਨੂੰ ਅਸੀਂ 23 ਮਾਰਚ ਨੂੰ ਸ਼ਹੀਦੀ ਦਿਵਸ ਮਨਾਉਂਦੇ ਹਾਂ, ਸ਼ਹੀਦ ਭਗਤ ਸਿੰਘ ਜੀ, ਰਾਜਗੁਰੂ ਜੀ ਤੇ ਸੁਖਦੇਵ ਜੀ ਦੀ। ਤੇ ਐਕਚੁਅਲ ਭਗਤ ਸਿੰਘ ਜੀ ਦੀ ਲੋੜ ਹੁਣ ਮਹਿਸੂਸ ਹੋ ਰਹੀ ਹੈ ਕਿ ਅੱਜ ਦੀ ਤਾਰੀਖ ਦੇ ਵਿੱਚ ਇੱਕ ਹੋਰ ਭਗਤ ਸਿੰਘ ਹੋਣਾ ਚਾਹੀਦਾ ਹੈ, ਜੋ ਕਿ ਇਹ ਸਾਰਾ ਸਮੱਸਿਆ ਹੈ, ਜੋ ਕੁਝ ਵੀ ਮਾਹੌਲ ਹੋ ਗਿਆ ਹੈ ਨਾ, ਇਸ ਮਾਹੌਲ ਤੋਂ ਮਤਲਬ ਨਿਜਾਤ ਪਾਇਆ ਜਾਵੇ। ਤੇ ਐਟਲੀਸਟ ਆਮ ਜਨਤਾ ਭਾਵੇਂ ਕਿਸੇ ਵੀ ਕਮਿਊਨਿਟੀ ਦੀ ਹੈ ਜੀ, ਸਫਰ ਤਾਂ ਉਹ ਕਰ ਰਹੀ ਹੈ, ਉਹਨਾਂ ਲੋਕਾਂ ਨੂੰ ਸੈਂਸ ਆਫ सिक्योरिटी देनी जरूरी है, सेंस ऑफ बिलोंगिंगनेस दे उस इस मुल्क के नागरिक ने इस मुल्क दे विच सेफ्टी सिक्योरिटी स्टेट की तो यही मतलब जिम्मेवारी होंदी है ना जी। स्टेट मीनस कि दा मतलब हुंदा है कंट्री, पॉलिटिकल साइंस दे विच स्टेट का मतलब हुंदा है कंट्री। तो इस कंट्री की की जिम्मेवारी है कि जेडे जो अपने नागरिक ने उन्होंने सेफ्टी ते सिक्योरिटी दो। तो ये जेडे माहौल पैदा हुए ने ਇਹ ਪ੍ਰਸ਼ਾਸਨ ਤੰਤਰ ਦੀ ਵਿਫਲਤਾ ਹੈ ਜੀ, ਸਿਸਟਮ ਦੀ ਵਿਫਲਤਾ ਹੈ। ਤੇ ਇਸ ਕਰਕੇ ਸਿਸਟਮ ਦਾ ਰਾਜ ਹੋਣਾ ਚਾਹੀਦਾ ਹੈ, ਸਿਸਟਮ ਰਾਜ ਕਰੇ, ਸੰਵਿਧਾਨ ਰਾਜ ਕਰੇ, ਨਾ ਕਿ ਇਸ ਤਰ੍ਹਾਂ ਦਾ ਮਾਹੌਲ। ਖਾਸ ਕਰਕੇ ਮੈਂ ਦੇਖੋ
पंजाब पुलिस की गल करदा जो ये मसला है जो ये मसला पुलिस का मसला नहीं सीगा जी ये बहुत ही सेंसिटिव मसला है तो पुलिस नूं बाद दे विच यूज करना चाहिए सी अमृतपाल वाले मसले ते यस पुलिस बहुत बाद दे विच आउणी चाहिदी सी ये मसला सेंसिटिव है तो इस नूं गलबात दे राहीं निगोशिएशन दे राहीं काउंसलिंग दे राहीं मैं इसे ते होना मैं इसे ते होना कि क्योंकि मैं तुहाडी गल करूंगा क्योंकि जे मान लो तुसी पावर तुहाडे हੱਥ ਦੇ ਵਿੱਚ ਪਾਵਰ ਹੁੰਦੀ ਤਾਂ ਤੁਸੀਂ ਬਹੁਤ ਜਿਹੜੇ ਮਸਲੇ ਵੱਡੇ ਵੱਡੇ ਹੱਲ ਕੀਤੇ ਆ ਅਸੀਂ ਤੁਹਾਨੂੰ ਦੇਖਿਆ ਨੌਕਰੀ ਕਰਦਿਆਂ ਨੂੰ ਪੁਲਿਸ ਕਮਿਸ਼ਨਰ ਤੁਸੀਂ ਅੰਮ੍ਰਿਤਸਰ ਦੇ ਵਿੱਚ ਰਹੇ ਹੋ ਐਸਐਸਪੀ ਅੰਮ੍ਰਿਤਸਰ ਰਹੇ ਹੋ ਐਸਪੀ ਸਿਟੀ ਅੰਮ੍ਰਿਤਸਰ ਰਹੇ ਹੋ ਇੱਕ ਵਾਰੀ ਤੁਹਾਨੂੰ ਮੈਨੂੰ ਯਾਦ ਆ ਰਿਹਾ ਮਸਲਾ ਕਿ 2015 ਦੇ ਵਿੱਚ ਜਦੋਂ ਬੇਅਦਬੀ ਹੋਈ ਸੀ ਤਾਂ ਉਸ ਸਮੇਂ ਜਿਹੜਾ 7 ਦਿਨਾਂ ਤੋਂ ਬਿਆਸ ਪੁਲ ਜਿਹੜਾ ਉਹ ਬੰਦ ਸੀਗਾ ਤਾਂ ਉੱਥੇ ਵੀ ਬੜਾ ਮਾਹੌਲ ਜਿਹੜਾ ਉਹ ਤਣਾਅਪੂਰਨ ਸੀ ਪਰ ਤੁਸੀਂ ਉੱਥੇ ਇਕੱਲੇ ਗਏ ਬਿਨਾਂ ਸਿਕਿਉਰਿਟੀ ਤੋਂ ਉੱਥੇ ਜਾ ਕੇ ਤੁਸੀਂ 7 ਘੰਟੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਔਰ ਇਕੱਲਿਆਂ ਨੇ ਜਿਹੜਾ ਖਲਵਾਇਆ ਔਰ ਸਿਚੁਏਸ਼ਨ ਨੂੰ ਹੈਂਡਲ ਕੀਤਾ ਜੇ ਤੁਹਾਡੇ ਹੱਥ ਦੇ ਵਿੱਚ ਪਾਵਰ ਹੁੰਦੀ ਤਾਂ ਤੁਸੀਂ ਇਹ ਅੰਮ੍ਰਿਤਪਾਲ ਵਾਲਾ ਜਿਹੜਾ ਪੰਜਾਬ ਦੇ ਅੰਦਰ ਮਾਹੌਲ ਬਣਿਆ ਹੋਇਆ ਜਾਂ ਉਦੋਂ ਅਜਨਾਲਾ ਕਾਂਡ ਹੋਇਆ ਜਾਂ ਜੋ ਕੁਝ ਵੀ ਹੋ ਰਿਹਾ ਸੀਗਾ ਪੰਜਾਬ ਦੇ ਵਿੱਚ ਤਾਂ ਤੁਸੀਂ ਉਸ ਸਥਿਤੀ ਨੂੰ ਕਿਵੇਂ ਹੈਂਡਲ ਕਰਦੇ देखो जो तुसी 2015 की गल कर रहे हो वो ब्यास पुल 7 दिनों तो बंद सीगा आवाजाही ठप सीगी और वो बरगाड़ी करके ही होया सी बरगाड़ी ते बहबल कलां उस तो बाद होया सी 14 तरीक तो लेके 21 तरीक तक अक्टूबर महीने दे विच पुल बंद सीगा मैं 21 तरीक नूं गया सी उत्थे तो सचमुच मैं कल्ले गया सी मैं DIG सीगा DIG बॉर्डर रेंज अमृतसर दे विच सीगा अमृतसर रेंज नूं बॉर्डर रेंज कहा जाता है ते मैं गया क्योंकि 7 दिन हो गए सी कोई जाके राजी नहीं सी उदों दे डिप्टी CM सुखबीर सिंह बादल जी ने मैनू कहा कि तुसी जाओ मैं कहा ठीक है जी मैं गया ठीक है 12 बजे तो असी निगोशिएशन शुरू की गलबात शुरू की गल सुननी बहुत जरूरी होंदी जी उन्हां दी की डिमांड है तुसी 2 मिनट दे विच सुन सकते हो लेकिन जेकर तुसी मतलब हौसले दे नाल सुनो पेशेंस दे नाल सुनो तो हर चीज़ का पता लगता है फिर अपनी गल रखो तो मैं 7 घंटे तक उन्होंने नाल निगोशिएट किया और मैं उत्थे किसी होर अफसर नूं नहीं लेके गया सी मैं BDO साहब नूं जरूर बुलाया सी कि तुसीं इत्थे आ जाओ क्योंकि वो लोकल अफसर सीगे पंचायत घर दे विच असीं मीटिंग कीती सी तो देखो ये हुंदा है ना कि तुसीं गल सुनो समझो ते जनता नूं जो परेशानी आ रही है वो चीज़ भी तुसीं दसो आफ्टर ऑल हुंदा की है जी कोई भी पर धर्म एक गल मैं थोड़ी जी ऐड करूँगा कि एक गल ये भी होंदी है कुंवर जी कि जनता नूं ये भी भरोसा होना चाहिए कि ਅਸੀਂ ਜਿਹਨੂੰ ਗੱਲ ਸੁਣਾ ਰਹੇ ਹਾਂ ਇਹ ਬੰਦਾ ਸੁਣਨ ਵਾਲਾ ਬੜਾ ਸਿੰਸੀਅਰ ਔਰ ਬੜਾ ਇਮਾਨਦਾਰ ਉਹ ਵੀ ਇੱਕ ਤੁਹਾਡਾ ਪਲੱਸ ਪੁਆਇੰਟ ਸੀ ਚਲੋ ਉਹਨਾਂ ਨੇ ਕਿਹਾ ਕਿ ਤੁਸੀਂ ਅੰਮ੍ਰਿਤਸਰ ਦੇ ਵਿੱਚ ਜਦੋਂ SSP ਸੀਗੇ ਸਾਡੇ ਨਾਲ ਜਾਂ ਤੁਸੀਂ ਸਾਰਿਆਂ ਨੂੰ ਨਾਲ ਲੈ ਕੇ ਚੱਲਦੇ ਸੀ ਇਹ ਤਾਂ ਹੁੰਦਾ ਹੈ ਨਾ ਕਿ ਤੁਸੀਂ ਦੇਖੋ ਇੱਕ ਵਾਰੀ ਤੁਸੀਂ ਤਰਫਦਾਰੀ ਕੀਤੀ ਕਿਸੇ ਦੀ ਵੀ अफसर का काम की हुंदा है जहाँ सियासत का काम सारिਆਂ ਨੂੰ बराबर लेके चलो ना कोई कास्ट ना कोई कम्युनिटी कोई भी भेदभाव नहीं होना चाहिए है तो असी तो देखो ऐसे मतलब तरीके दे नाल काम किया इस उसूल ते काम किया कि कदे भी ना तो किसी जाति के आधार ते ना किसी धर्म के आधार ते ना कम्युनिटी के आधार ते कोई भेदभाव नहीं जो मानस की जात की गल कर दी गई है साडी परंपरा दे विच तो तुहाडे वास्ते तो सारे बराबर ने तो असी तो बराबर लेके चलते हाँ तो तुसी आज की गल की तो देखो जो पिछले 6 महीने तो मसला चलता आ रहा है जी 6 महीने तो मसला चलता आ रहा है 30 मिनट का काम सीगा जी सिर्फ 30 मिनट शुरुआती दौर दे विच ही जेकर तुसी क्लीयर कर रहे हो कि मेरे कोल पावर हुंदा तो मैं 30 मिनट उस व्यक्ति दे नाल गल कर सकदा सी अमृतपाल दे नाल मैं बुला के गल करदा और 30 मिनट दे विच मसला शुरुआती दौर दे विच ही सुलझ जाना सी इहदे विच पुलिस वगैरह दी कोई लोड़ नहीं सीगी हुण इस वेले जो पुलिस अनप्रोफेशनल तरीके दे नाल काम कर रही है पुलिस दा जो रवैया है ना जी क्योंकि मैं MLA हाँ ना मैनू पता है और सारे कह रहे हैं कि पुलिस एक क्लीयर करे कि अमृतपाल सिंह है किथे क्योंकि पहला देखो 4-5 घंटे तक तो यही सीगा कि हाँ पुलिस ने गिरफ्तार कर लिया हुण भी लोकां नूं यही है हुण भी है तो देखो कोई भी व्यक्ति है मान लो उन्होंने कोई ऑफेंस की है किसी भी व्यक्ति ने कोई अपराध किसी ने किया है तो इस मुल्क का संविधान है जी कानून है कानून के हिसाब के नाल काम होना चाहिए है तो ये जो कन्फ्यूजन है कन्फ्यूजन दूर होना चाहिए है मैं दोबारा ही कहूँगा कि ये निगोशिएशन के नाल हो सकता सी पुलिस ने गिरफ्तार करना सी करे जाके गिरफ्तार कर सकते सी वो बुला के गिरफ्तार कर सकते सी उन्होंने ये भी कहा सी ना कि जो मर्जी गिरफ्तार करो मैं गिरफ्तारी देने वास्ते तैयार हाँ ठीक है तो गिरफ्तारी दे कई तरीके होंदे ने लेकिन जो इस मसले नूं एक सनसनी दे रूप दे विच
ਸਨਸਨੀ ਦੇ ਰੂਪ ਦੇ ਵਿੱਚ ਲਿਆ ਕੇ, ਜਿਸ ਤਰ੍ਹਾਂ ਹੁੰਦਾ ਹੈ ਨਾ ਕਿ ਕੋਈ ਮਤਲਬ ਮਗਰੋਂ ਆਪਰੇਟ ਕਰ ਰਿਹਾ ਹੈ ਕਿ ਇਸ ਤਰ੍ਹਾਂ ਕਰਨਾ ਹੈ, ਸਕ੍ਰਿਪਟ ਲਿਖ ਕੇ ਫਿਰ ਇਸ ਤਰੀਕੇ ਦੇ ਨਾਲ ਕਰੋ। ਤਾਂ ਪੁਲਿਸ ਦਾ ਜੋ ਇਹ ਰਵੱਈਆ ਸੀਗਾ ਉਸ ਦੇ ਨਾਲ ਸਾਰਾ ਕਨਫਿਊਜ਼ਨ ਇਹ ਸਾਰਾ ਕ੍ਰੀਏਟ ਹੋਇਆ ਹੈ। ਤੇ ਇਹ ਜੋ ਮਾਹੌਲ ਪੈਦਾ ਹੋਇਆ ਹੈ, ਇਹ ਮਾਹੌਲ ਇਹ ਸਿਰਫ ਪੁਲਿਸ ਦੇ ਅਨਪ੍ਰੋਫੈਸ਼ਨਲ ਐਟੀਟਿਊਡ ਕਰਕੇ ਹੋਇਆ ਹੈ ਕਿ ਪੁਲਿਸ ਦਾ ਰਵੱਈਆ ਠੀਕ ਨਹੀਂ ਰਿਹਾ। ਮੈਂ ਦੁਬਾਰਾ ਕਹਾਂਗਾ ਕਿ ਪੁਲਿਸ ਦੀ ਇਹਦੇ ਵਿੱਚ ਕੋਈ ਲੋੜ ਨਹੀਂ ਸੀਗੀ। ਇਹ ਸ਼ੁਰੂਆਤੀ ਦੌਰ ਤੇ आधे घंटे बह के गल करके इस मसले ਨੂੰ ਸੁਲਝਾਇਆ ਜਾ ਸਕਦਾ ਸੀ। ਇੱਕ ਐਗਜ਼ਾਮਪਲ ਮੈਂ ਹੋਰ ਦੇਵਾਂਗਾ ਤੁਹਾਨੂੰ। ਮੈਂ 2007 8 9 ਅੰਮ੍ਰਿਤਸਰ ਦਾ ਐਸਐਸਪੀ ਰਿਹਾ ਜੀ। 2002 ਤੇ 2003 ਐਸਪੀ ਸਿਟੀ ਵੀ ਰਿਹਾ ਹਾਂ ਤੇ ਸਨ 2000 ਦੇ ਵਿੱਚ ਮੈਂ ਅੰਡਰ ਟ੍ਰੇਨਿੰਗ ਸੀਗਾ ਉੱਥੇ। 6 ਜੂਨ ਨੂੰ ਮਤਲਬ ਚਲੋ ਉਹ ਆਪਰੇਸ਼ਨ ਬਲੂ ਸਟਾਰ ਦਾ ਮਨਾਇਆ ਜਾਂਦਾ ਹੈ ਉੱਥੇ, ਹਰ ਸਾਲ ਹੀ ਹੁੰਦਾ ਹੈ, ਠੀਕ ਹੈ। ਤਾਂ ਜਦੋਂ ਮੈਂ ਅੰਡਰ ਟ੍ਰੇਨਿੰਗ ਸੀਗਾ ਉਦੋਂ ਮੈਂ ਦੇਖ ਲਿਆ ਸੀ ਕਿ ਪੁਲਿਸ ਦਾ ਅਰੇਂਜਮੈਂਟ ਕੀ ਹੁੰਦਾ ਹੈ। 2002 2003 ਤੇ 7 8 9 ਤੁਸੀਂ ਪਤਾ ਕਰ ਲਓ, ਅੰਮ੍ਰਿਤਸਰ ਦੇ ਲੋਕਾਂ ਨੂੰ ਪਤਾ ਨਹੀਂ ਲੱਗਦਾ ਸੀ ਕਿ 6 ਜੂਨ ਕਦੋਂ ਲੰਘ ਗਿਆ ਅੱਜ ਦੀ ਤਾਰੀਖ ਦੇ ਵਿੱਚ, ਜਾਂ ਉਸ ਤੋਂ ਪਹਿਲਾਂ ਮੈਂ 2007 ਦੇ ਵਿੱਚ ਸੀਗਾ। 2006 ਦੇਖੋ, 2005 ਦੇਖੋ ਜਾਂ ਬਾਅਦ ਦੇ ਵਿੱਚ ਦੇਖੋ, ਹੁਣ ਵੀ ਤੁਸੀਂ ਦੇਖੋ ਸਾਰੀ ਸੀਆਰਪੀ BSF ਪੰਜਾਬ ਪੁਲਿਸ ਦੀ ਕਈ ਬਟਾਲੀਅਨ, ਮਤਲਬ ਇਸ ਤਰ੍ਹਾਂ ਲੱਗਦਾ ਹੈ ਨਾ ਕਿ ਅੰਮ੍ਰਿਤਸਰ ਨੂੰ ਪੁਲਿਸ ਦੀ ਛਾਉਣੀ ਦੇ ਵਿੱਚ ਬਦਲ ਦਿੱਤਾ ਜਾਂਦਾ ਹੈ ਜੀ। ਅੱਜ ਵੀ ਇਹੀ ਹੋ ਰਿਹਾ ਹੈ, ਪਹਿਲਾਂ ਵੀ ਇਹੀ ਹੋ ਰਿਹਾ ਸੀ। ਜਦੋਂ ਮੈਂ ਅੰਡਰ ਟ੍ਰੇਨਿੰਗ ਸੀਗਾ ਉਦੋਂ ਵੀ ਇਹੀ ਹੋ ਰਿਹਾ ਸੀ। 2002 2003 ਤੇ 7 8 9 ਮੈਂ ਫੋਰਸ ਵਗੈਰਾ ਨਹੀਂ ਲਗਾਉਂਦਾ ਹੁੰਦਾ ਸੀ। ਥੋੜੀ ਸੀ ਫੋਰਸ ਮਤਲਬ ਹੁੰਦੀ ਸੀ ਸਿਵਲ ਕਲੌਥ ਦੇ ਵਿੱਚ ਔਰ ਕੰਮ ਨਿਕਲ ਜਾਂਦਾ ਸੀ। ਅੰਮ੍ਰਿਤਸਰ ਦੇ ਵਿੱਚ ਲੋਕਾਂ ਨੂੰ ਨਹੀਂ ਸੀ ਪਤਾ ਲੱਗਦਾ ਕਿ ਹਾਂ 6 ਜੂਨ ਕਦੋਂ ਲੰਘ ਗਿਆ। ਅੱਜ ਹੁੰਦਾ ਕੀ ਹੈ ਕਿ 5-6 ਦਿਨ ਲੋਕੀ ਦਹਿਸ਼ਤ ਦੇ ਵਿੱਚ ਰਹਿੰਦੇ ਨੇ। ਅਖਬਾਰਾਂ ਦੇ ਵਿੱਚ ਫੋਟੋਆਂ ਕਿ ਅੰਮ੍ਰਿਤਸਰ ਦੀ ਸੁਰੱਖਿਆ ਚਾਕ ਚੌਬੰਦ, ਇੰਨੀ ਬਟਾਲੀਅਨ ਲੱਗ ਗਈ, ਇੰਨੇ ਜ਼ਿਲ੍ਹਿਆਂ ਦੀ ਫੋਰਸ ਲੱਗ ਗਈ। ਕੀ ਲੋੜ ਹੈ ਇਸ ਚੀਜ਼ ਦੀ? ਜੇਕਰ ਉਦੋਂ ਵੀ ਸਿਸਟਮ ਸੀਗਾ ਕਿ ਹਾਂ ਕਦੋਂ ਲੰਘ ਗਿਆ ਕਿਸੇ ਨੂੰ ਪਤਾ ਨਹੀਂ ਲੱਗ ਰਿਹਾ ਹੈ, ਤਾਂ ਉਸ ਸਿਸਟਮ ਨੂੰ ਕਿਉਂ ਨਹੀਂ ਅਡਾਪਟ ਕੀਤਾ ਜਾਂਦਾ ਹੈ? ਤਾਂ ਕੋਈ ਨਾ ਕੋਈ ਦੇਖੋ, ਪੁਲਿਸਿੰਗ ਮੈਂ ਵੀ ਕਰਦਾ ਹੁੰਦਾ ਸੀ ਉਦੋਂ, ਕੋਈ ਨਾ ਕੋਈ ਪੁਲਿਸਿੰਗ ਤੇ ਸੀਗੀ ਨਾ, ਠੀਕ ਹੈ ਨਾ, ਕੋਈ ਨਾ ਕੋਈ ਮੈਨੇਜਮੈਂਟ ਸੀਗਾ। ਪੁਲਿਸਿੰਗ ਦੇ ਨਾਲ ਨਾਲ ਮੈਨੇਜਮੈਂਟ ਵੀ ਤਾਂ ਹੁੰਦਾ ਹੈ ਨਾ ਜੀ, ਕਿ ਕਿਸੇ ਨੂੰ ਪਤਾ ਨਾ ਲੱਗੇ ਜੀ, ਸਾਰੇ ਆਪਣਾ ਆਪਣਾ ਕੰਮ ਕਰੀ ਜਾਣ ਜੀ। ਤੇ ਇਸ ਕਰਕੇ ਹੈ ਕਿ ਜੋ ਸੈਂਸਿਟਿਵ ਮਸਲੇ ਹੁੰਦੇ ਨੇ ਉਸ ਨੂੰ ਸੈਂਸਿਟਿਵ ਤਰੀਕੇ ਦੇ ਨਾਲ ਹੀ ਡੀਲ ਕਰਨਾ ਹੁੰਦਾ ਹੈ, ਕਿਉਂਕਿ ਪੰਜਾਬ ਦਾ ਦੇਖੋ ਮਲਟੀ ਕਮਿਊਨਿਟੀ ਸਟੇਟ ਹੈ, ਠੀਕ ਹੈ। ਪੰਜਾਬ ਦੀ ਜੋ ਮਾਈਨੋਰਿਟੀ ਹੈ ਉਹ ਦੇਸ਼ ਦੇ ਵਿੱਚ ਮੈਜੋਰਿਟੀ ਕਮਿਊਨਿਟੀ ਹੈ। ਪੰਜਾਬ ਦੀ ਜੋ ਮੈਜੋਰਿਟੀ ਕਮਿਊਨਿਟੀ ਹੈ ਉਹ ਦੇਸ਼ ਦੇ ਵਿੱਚ ਮਾਈਨੋਰਿਟੀ ਕਮਿਊਨਿਟੀ ਹੈ। ਤਾਂ ਤੁਸੀਂ ਦੇਖੋ ਇਹ ਜੋ ਯੂਨਿਟੀ ਇਨ ਡਾਈਵਰਸਿਟੀ ਦੀ ਗੱਲ ਅਸੀਂ ਕਰਦੇ ਹਨ, ਉਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਹੀ ਚੱਲਣਾ ਚਾਹੀਦਾ ਹੈ। ਜਦੋਂ ਤੁਸੀਂ ਕਿਸੇ ਪੋਸਟ ਤੇ ਆ ਗਏ, ਪੋਜੀਸ਼ਨ ਤੇ ਆ ਗਏ, ਤੇ ਇੱਕ ਸੈਂਸਿਟਿਵ ਹੋਣਾ ਤੁਹਾਨੂੰ ਮਤਲਬ ਇਹ ਜ਼ਰੂਰੀ ਹੁੰਦਾ ਹੈ। ਸੈਂਸਿਟਿਵ ਹੋਵੋ, ਸਾਰਿਆਂ ਨੂੰ ਨਾਲ ਲੈ ਕੇ ਚੱਲੋ ਔਰ ਕਿਸੇ ਨੂੰ ਇਹ ਨਾ ਲੱਗੇ ਜਿਸ ਤਰ੍ਹਾਂ ਅੱਜ ਕੋਈ ਦਹਿਸ਼ਤ ਦੇ ਵਿੱਚ ਹੈ, ਕਿਸੇ ਦੇ ਮਨ ਦੇ ਵਿੱਚ ਇਨਸਿਕਿਉਰ ਫੀਲਿੰਗ ਹੋ ਰਹੀ ਹੈ। ਮੈਂ ਨਾਂ ਨਹੀਂ ਲੈਣਾ ਚਾਹੁੰਦਾ ਹਾਂ, ਲੇਕਿਨ ਦੇਖੋ ਜੇਕਰ ਇਨਸਿਕਿਉਰ ਫੀਲਿੰਗ ਹੈ ਜਾਂ ਦਹਿਸ਼ਤ ਦਾ ਮਾਹੌਲ ਹੈ ਤਾਂ ਸਿਸਟਮ ਕੰਮ ਕਰਨਾ ਚਾਹੀਦਾ, ਸੰਵਿਧਾਨ ਕੰਮ ਕਰਨਾ ਚਾਹੀਦਾ ਸੀ। ਗੱਲਬਾਤ ਕਰਕੇ ਹਰ ਚੀਜ਼ ਨੂੰ ਉਹ ਕਰੋ, ਖਤਮ ਕਰੋ। ਬਿਜ਼ਨਸ, ਵਪਾਰ, ਆਮ ਮਤਲਬ ਜਨਜੀਵਨ ਦੇਖੋ, ਸਾਰਾ ਹਰ ਪਾਸੇ ਦੇਖੋ ਹਫੜਾ ਤਫੜੀ ਦਾ ਮਾਹੌਲ ਹੈ ਤੇ ਇਹ ਚੀਜ਼ ਦੂਰ ਕਰਨਾ ਜ਼ਰੂਰੀ ਹੈ। ਮੈਂ ਦੁਬਾਰਾ ਹੀ ਕਹਾਂਗਾ ਕਿ ਇਸ ਚੀਜ਼ ਨੂੰ ਪ੍ਰੋਫੈਸ਼ਨਲ ਤਰੀਕੇ ਦੇ ਨਾਲ ਡੀਲ ਕਰਨਾ ਚਾਹੀਦਾ। ਅੱਛਾ, ਤੁਸੀਂ ਲਾਅ ਵੀ ਕੀਤੀ ਹੈ ਔਰ ਤੁਸੀਂ ਬਹੁਤ ਵਧੀਆ ਤਰੀਕੇ ਦੇ ਨਾਲ ਪੰਜਾਬ ਪੁਲਿਸ ਦੀ ਨੌਕਰੀ ਵੀ ਕੀਤੀ ਹੈ, IPS ਦੀ ਨੌਕਰੀ। ਤਾਂ ਇਸ ਵਕਤ ਜਿਹੜਾ ਸਭ ਤੋਂ ਵੱਡਾ ਮਾਹੌਲ, ਜੇ ਸਵਾਲ ਜਿਹੜੇ ਉੱਠ ਰਹੇ ਆ ਕਾਨੂੰਨ ਦੇ ਉੱਪਰ ਵੀ ਉੱਠ ਰਹੇ ਆ ਔਰ ਸਰਕਾਰ ਦੇ ਉੱਪਰ ਵੀ, ਕਿ ਇਹ NSC ਜਿਹੜਾ ਲਗਾਇਆ ਜਾ ਰਿਹਾ, ਚਾਹੇ ਉਹ ਅਮਰਤਪਾਲ ਹੈ ਚਾਹੇ ਉਹ ਬਾਕੀ ਜਿਹੜੇ ਉਹਦੇ ਨਾਲ ਫੜੇ ਗਏ ਲੋਕ ਆ, ਕਿ ਵਾਕਈ ਇਹੋ ਜਿਹੀ ਸਥਿਤੀ ਬਣ ਗਈ ਸੀ ਕਿ ਉਹਨਾਂ ਦੇ ਉੱਪਰ NSA ਜਿਹੜਾ ਲਗਾਉਣਾ ਪਿਆ ਜਾਂ ਲਗਾਉਣਾ ਚਾਹੀਦਾ ਸੀ ਜਾਂ ਗਲਤ ਤਰੀਕੇ ਦੇ ਨਾਲ ਲਗਾਇਆ ਗਿਆ? ਤੁਸੀਂ ਕੀ ਸਮਝਦੇ ਹੋ? ਵਾਕਈ ਸਿਚੁਏਸ਼ਨ ਇਹੋ ਜਿਹੀ ਸੀਗੀ ਕਿ NSA ਲਾਇਆ ਬਿਨਾਂ ਸਰਦਾ ਨਹੀਂ ਸੀ? ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਾਂਗਾ ਕਿ G20 ਇੱਕ ਬਹੁਤ ਵੱਡਾ ਇਵੈਂਟ ਸੀ ਤੇ ਸਾਡੇ ਪੰਜਾਬ ਨੂੰ ਵੀ ਮਤਲਬ ਉਹਦੀ ਰਹਿਨੁਮਾਈ ਕਰਨ ਦਾ ਮੌਕਾ ਮਿਲਿਆ ਸੀ। ਇੰਡੀਆ ਦੇ 55 ਸ਼ਹਿਰਾਂ ਦੇ ਵਿੱਚ G20 ਦੇ ਵੱਖ-ਵੱਖ ਮੀਟਿੰਗ ਜਾਂ ਤੁਸੀਂ ਕਹੋਗੇ ਸਮਾਰੋਹ ਕਹੋ, ਸੰਮੇਲਨ ਕਹ ਲਓ, ਇਹ ਚੱਲ ਰਹੇ ਨੇ ਤੇ ਕਈ ਸ਼ਹਿਰਾਂ ਦੇ ਵਿੱਚ ਹੋ ਗਿਆ, ਕਈ ਸ਼ਹਿਰਾਂ ਦੇ ਵਿੱਚ ਨਵੰਬਰ ਤੱਕ ਚੱਲਣਾ ਹੈ ਜੀ। ਤਾਂ ਮੰਨ ਲਓ ਪੰਜਾਬ ਨੂੰ ਵੀ ਇੱਕ ਮੌਕਾ ਮਿਲਿਆ ਹੋਇਆ ਸੀ ਔਰ ਅੰਮ੍ਰਿਤਸਰ ਸ਼ਹਿਰ ਨੂੰ ਇਹ ਮੌਕਾ ਮਿਲਿਆ ਹੋਇਆ ਸੀ। 15 ਤਰੀਕ ਤੋਂ ਲੈ ਕੇ 20 ਤਰੀਕ ਤੱਕ ਇਹ ਸੰਮੇਲਨ ਚੱਲਣਾ ਸੀ। 18 ਤਾਰੀਖ ਨੂੰ ਇਹ ਕੰਮ ਹੋ ਗਿਆ ਜੀ, ਇੰਟਰਨੈਟ ਬੰਦ ਹੋ ਗਿਆ। ਮਤਲਬ ਬਾਹਰੋਂ
ਮਤਲਬ ਤੁਸੀਂ ਦੇਖੋ ਡਿਵੈਲਪਡ ਤੇ ਡਿਵੈਲਪਿੰਗ ਕੰਟਰੀਜ਼ ਦੇ ਬਹੁਤ ਸਾਰੇ ਨੁਮਾਇੰਦੇ ਵੱਖ-ਵੱਖ ਕੰਟਰੀਜ਼ ਤੋਂ, ਯੂਨਾਈਟਿਡ ਨੇਸ਼ਨਸ ਤੋਂ, ਵਰਲਡ ਬੈਂਕ ਤੋਂ, WTO ਤੋਂ ਆਏ ਸੀਗੇ ਸਾਰੇ। ਠੀਕ ਹੈ, ਕਈ ਮਹਿਮਾਨ ਕੰਟਰੀ ਵੀ ਆਏ ਸੀਗੇ। ਇੰਡੀਆ ਨੇ ਕਈ ਮਹਿਮਾਨਾਂ ਨੂੰ ਵੀ, ਜਿਸ ਤਰ੍ਹਾਂ ਮਤਲਬ ਜੋ ਉਸ ਦੇ G20 ਦੇ ਮੈਂਬਰ ਨਹੀਂ ਹਨ ਉਹਨਾਂ ਨੂੰ ਵੀ ਮਹਿਮਾਨ ਦੇ ਤੌਰ ਤੇ ਇੰਡੀਆ ਨੇ ਬੁਲਾਇਆ ਸੀ ਤੇ ਉਹ ਸਾਰੇ ਮਹਿਮਾਨ ਸੀਗੇ। ਠੀਕ ਹੈ, ਭਾਵੇਂ ਉਹ ਉਹਨਾਂ ਦਾ ਰੈਂਕ ਕੁਝ ਵੀ ਹੋਵੇ, ਉਹ ਮੈਸੇਜ ਕੀ ਲੈ ਕੇ ਗਏ ਤੁਸੀਂ ਦੇਖੋ। ਜੋ ਕੰਮ 18 ਨੂੰ ਹੋਇਆ ਉਹ ਬਾਅਦ ਦੇ ਵਿੱਚ ਵੀ ਤਾਂ ਹੋ ਸਕਦਾ ਸੀ, ਉਹ ਕਿਸੇ ਹੋਰ ਤਰੀਕੇ ਦੇ ਨਾਲ ਵੀ ਹੋ ਸਕਦਾ ਸੀ। ਠੀਕ ਹੈ ਕਿ ਨਹੀਂ? ਤਾਂ ਮੈਂ ਇਹ ਕਹਿੰਦਾ ਹਾਂ ਕਿ ਦੇਖੋ ਇੱਕ ਮੌਕਾ ਸਾਨੂੰ ਮਿਲਿਆ ਹੋਇਆ ਸੀ। ਅੱਜ ਦੀ ਤਾਰੀਖ ਦੇ ਵਿੱਚ ਪੰਜਾਬ ਦੇ ਵਿੱਚ ਮਾਹੌਲ ਜੋ ਹੋ ਗਿਆ, ਔਰ ਜੋ ਵਿਦੇਸ਼ੀ ਮਹਿਮਾਨ ਜੋ ਮਤਲਬ ਲੈ ਕੇ ਗਏ ਪੰਜਾਬ ਦੇ ਬਾਰੇ ਜਾਂ ਇੰਡੀਆ ਦੇ ਬਾਰੇ ਜੋ ਸੋਚ ਲੈ ਕੇ ਗਏ, ਠੀਕ ਹੈ, ਉਸ ਦੇ ਨਾਲ ਪੰਜਾਬ ਨੂੰ ਵੀ ਨੁਕਸਾਨ ਹੋਇਆ, ਇੰਡੀਆ ਨੂੰ ਵੀ ਨੁਕਸਾਨ ਹੋਇਆ, ਲੋਕਾਂ ਦਾ ਵੀ ਨੁਕਸਾਨ ਹੋਇਆ ਹੈ। ਠੀਕ ਹੈ ਕਿ ਨਹੀਂ? ਹੁਣ ਤੁਸੀਂ ਗੱਲ ਕੀਤੀ NSA ਦੀ। NSA ਦਾ ਜੋ ਕਾਨੂੰਨ ਹੈ ਅੰਗਰੇਜ਼ਾਂ ਨੇ ਬਣਾਇਆ ਸੀ, ਉਹਨੂੰ ਅਮੈਂਡ ਕਰਕੇ 1980 ਦੇ ਵਿੱਚ ਇਹਨੂੰ ਲਾਗੂ ਕੀਤਾ ਗਿਆ। ਉਹਦਾ ਮਕਸਦ ਕੁਝ ਹੋਰ ਹੁੰਦਾ ਹੈ ਜੀ। ਜੋ ਨੈਸ਼ਨਲ ਸਿਕਿਉਰਿਟੀ ਐਕਟ ਹੈ 1980, ਉਹਦਾ ਮਕਸਦ ਕੁਝ ਹੋਰ ਹੁੰਦਾ ਹੈ। ਤਾਂ ਤੁਸੀਂ ਦੇਖੋ 6 ਮਹੀਨੋਂ ਤੋਂ ਜੇਕਰ ਮਸਲਾ ਚੱਲ ਰਿਹਾ ਹੈ, ਜੇਕਰ ਮੰਨ ਲਓ ਫਾਇਰਿੰਗ ਰੇਂਜ ਬਣ ਗਿਆ ਤੇ ਇੱਕ ਦਿਨ ਦੇ ਵਿੱਚ ਤਾਂ ਨਹੀਂ ਬਣ ਗਿਆ, ਤੁਹਾਡਾ ਇੰਟੈਲੀਜੈਂਸ ਕਿੱਥੇ ਹੈ ਜੀ? ਤੁਸੀਂ ਸ਼ੁਰੂਆਤੀ ਦੌਰ ਦੇ ਵਿੱਚ ਕਿਉਂ ਨਹੀਂ NSA ਦੀ ਲੋੜ ਕਿਉਂ ਪਈ ਕਿ ਸ਼ੁਰੂਆਤੀ ਦੌਰ ਤੇ ਪੁਲਿਸ ਨੇ ਕੁਝ ਕੀਤਾ ਨਹੀਂ? ਔਰ ਪੁਲਿਸ ਨਹੀਂ ਕਰਦੀ। ਮੈਂ ਬਾਰ-ਬਾਰ ਇਹੀ ਕਹਾਂਗਾ ਕਿ ਗੱਲਬਾਤ ਦੇ ਰਾਹੀਂ ਇਸ ਮਸਲੇ ਦਾ ਹੱਲ ਹੋ ਸਕਦਾ ਸੀ। ਕੋਈ ਗੁੰਮਰਾਹ ਹੋ ਗਿਆ, ਮੰਨ ਲਓ ਇਹੀ ਕਿਹਾ ਜਾਂਦਾ ਹੈ ਨਾ ਕਿ ਵਿਦੇਸ਼ੀ ਏਜੰਸੀਆਂ ਨੇ ਰੈਡੀਕਲਾਈਜ਼ ਕੀਤਾ। ਤੁਹਾਡੇ ਵਿੱਚ ਕਾਬਲੀਅਤ ਹੈ ਨਾ, ਤਾਂ ਤੁਸੀਂ ਡੀ ਰੈਡੀਕਲਾਈਜ਼ ਕਰ ਲਓ ਨਾ। ਬੰਦਾ ਤਾਂ ਤੁਹਾਡਾ ਹੈ ਨਾ ਜੀ, ਤੁਸੀਂ ਉਹਨੂੰ ਡੀ ਰੈਡੀਕਲਾਈਜ਼ ਕਰ ਲਓ। ਤੁਸੀਂ ਦੇਖੋ ਜਿੰਨੇ ਵੀ ਸੰਸਥਾਵਾਂ ਨੇ ਜੀ, ਤੁਸੀਂ ਸਾਰਿਆਂ ਨੂੰ ਦੇਖੋਗੇ। ਮੈਂ SSP ਹੁੰਦਾ ਸੀ, ਆਉਂਦੇ ਸੀਗੇ ਮੇਰੇ ਕੋਲ, ਸਾਰਿਆਂ ਦੇ ਨਾਲ ਮੈਂ ਗੱਲਬਾਤ ਕਰਦਾ ਸੀ, ਉਹਨਾਂ ਨੂੰ ਸਮਝਾ ਦਿੰਦਾ ਸੀ। ਮੈਂ ਸਿਰਫ ਸਮਝਾ ਦਿੰਦਾ ਸੀ ਤੇ ਜਿਸ ਤਰ੍ਹਾਂ ਮੈਂ ਬੋਲਦਾ ਸੀ ਉਸੇ ਤਰੀਕੇ ਦੇ ਨਾਲ ਕਰਦੇ ਸੀ, ਕਿਉਂਕਿ ਇੱਕ ਕਮਿਟਮੈਂਟ ਹੁੰਦਾ ਸੀ। ਜੋ ਉਹਨਾਂ ਨੂੰ ਵੀ ਇਹ ਪਤਾ ਹੈ ਕਿ ਜੋ ਕਮਿਟਮੈਂਟ ਹੋ ਗਿਆ, ਇਹ ਜਿਹੜਾ ਅਫਸਰ ਹੈ ਇਹ ਜੋ ਬੋਲ ਗਿਆ ਇਹ ਉਹਦੇ ਉੱਤੇ ਅਮਲ ਕਰੂਗਾ ਜੀ। ਔਰ ਮੈਨੂੰ ਵੀ ਇਹ ਰਹਿੰਦਾ ਸੀ ਕਿ ਜੋ ਇਹ ਕਹਿ ਕੇ ਜਾ ਰਹੇ ਨੇ ਇਹ ਉਸੇ ਤਰੀਕੇ ਦੇ ਨਾਲ ਕਰਨਗੇ। ਕਈ ਵਾਰੀ ਤਾਂ ਉਹ ਮੇਰੇ ਕੋਲੋਂ ਸਿਕਿਉਰਿਟੀ ਮੰਗਦੇ ਸੀ ਜੀ। ਖਾਸ ਕਰਕੇ ਦੇਖੋ ਜੂਨ ਮਹੀਨੇ ਦੇ ਵਿੱਚ ਜਦੋਂ ਆਪਰੇਸ਼ਨ ਬਲੂ ਸਟਾਰ ਦੀ ਬਰਖੀ ਮਨਾਈ ਜਾਂਦੀ ਹੈ, ਠੀਕ ਹੈ, ਉਦੋਂ ਕਈ ਵਾਰੀ ਇਹ ਹੁੰਦਾ ਹੈ ਕਿ ਗੁਰੂ ਅਰਜੁਨ ਦੇਵ ਜੀ ਦਾ ਜੋ ਸ਼ਹੀਦੀ ਸਮਾਗਮ ਹੈ ਉਹ ਵੀ ਉਸੇ ਮਤਲਬ ਡੇਟ ਦੇ ਆਸ-ਪਾਸ ਹੁੰਦਾ ਹੈ। ਤਾਂ ਉਹ ਸਿਕਿਉਰਿਟੀ ਮੰਗਦੇ ਨੇ ਕਿ ਚਲੋ ਜੀ ਤੁਸੀਂ ਸਿਕਿਉਰਿਟੀ ਦੇ ਦਿਓ। ਮੈਂ ਤਾਂ ਸਿਕਿਉਰਿਟੀ ਲਗਾਉਂਦਾ ਨਹੀਂ ਸੀ, ਕੋਈ ਫੋਰਸ ਨਹੀਂ ਆਉਂਦੀ ਸੀ, ਕੋਈ ਫੋਰਸ ਮਤਲਬ ਨਹੀਂ ਲੱਗਦੀ ਸੀ। ਠੀਕ ਹੈ, ਜੇਕਰ ਇੱਕ ਦੂਸਰੇ ਦੇ ਵਿੱਚ ਆਪਸ ਦੇ ਵਿੱਚ ਅੰਡਰਸਟੈਂਡਿੰਗ ਹੋ ਗਈ, ਮੈਨੂੰ ਤੁਹਾਡੇ ਤੇ ਵਿਸ਼ਵਾਸ ਹੈ, ਤੁਹਾਨੂੰ ਮੇਰੇ ਤੇ ਵਿਸ਼ਵਾਸ ਹੈ, ਤਾਂ ਫੋਰਸ ਦੀ ਲੋੜ ਕਿਸ ਚੀਜ਼ ਦੀ ਹੈ? ਠੀਕ ਹੈ ਕਿ ਨਹੀਂ? ਇਸ ਕਰਕੇ ਮੈਂ ਇਹ ਕਹਿ ਰਿਹਾ ਕਿ ਇਸ NSA ਦੀ ਲੋੜ ਤਾਂ ਹੀ ਪਈ ਨਹੀਂ ਜੀ ਜਦੋਂ ਤੁਸੀਂ ਸ਼ੁਰੂਆਤੀ ਦੌਰ ਤੁਸੀਂ ਆਪ ਵੀ ਫੇਲ ਹੋਏ, ਤੁਸੀਂ ਡੀਲ ਨਹੀਂ ਕੀਤਾ। ਤੁਸੀਂ ਆਪ, ਮੈਂ ਦੁਬਾਰਾ ਇਹ ਕਹਾਂਗਾ ਕਿ ਸਾਰੇ ਕਹਿ ਰਹੇ ਨੇ ਕਿ ਉਹਦਾ ਫਾਇਰਿੰਗ ਰੇਂਜ ਹੈ, ਤੁਹਾਡਾ ਇੰਟੈਲੀਜੈਂਸ ਮਹਿਕਮਾ ਕਿੱਥੇ ਸੀਗਾ ਜੀ? ਉਦੋਂ ਤੁਸੀਂ ਡਿਟੈਕਟ ਕਰਦੇ, ਉਦੋਂ ਗੱਲਬਾਤ ਕਰਦੇ। ਜੇਕਰ ਅੱਛਾ, ਲਾਰੈਂਸ ਬਿਸ਼ਨੋਈ ਦਾ ਮਸਲਾ ਜਿਵੇਂ ਤੁਸੀਂ ਕਹਿ ਰਹੇ ਹੋ ਕੋਈ ਨੈਸ਼ਨਲ ਸਿਕਿਉਰਿਟੀ ਦਾ ਐਕਚੁਅਲ ਮਸਲਾ ਸੀਗਾ, ਉਹ ਬਿਲਕੁਲ ਸੀਗਾ। ਨੈਸ਼ਨਲ ਸਿਕਿਉਰਿਟੀ ਦਾ ਐਕਚੁਅਲ ਮਸਲਾ ਹੈ ਉਹ ਜੀ। ਲਾਰੈਂਸ ਬਿਸ਼ਨੋਈ ਤੇ ਲਗਾਉਣਾ ਚਾਹੀਦਾ ਹੈ। ਠੀਕ ਹੈ, ਕਿਉਂਕਿ ਉਹਦੇ ਖਿਲਾਫ ਕਿਸੇ ਨੇ ਗਵਾਹੀ ਨਹੀਂ ਦੇਣੀ ਹੈ, ਕਿਸੇ ਵੀ ਨੇ ਵੀ ਗਵਾਹੀ ਨਹੀਂ ਦੇਣੀ ਹੈ। ਠੀਕ ਹੈ, ਤਾਂ ਉੱਥੇ ਜ਼ਰੂਰ ਲਗਾਉਣਾ ਚਾਹੀਦਾ ਸੀ। ਇਹ ਤਾਂ ਮਸਲਾ NSA ਦਾ ਮਸਲਾ ਨਹੀਂ ਆਉਣਾ ਚਾਹੀਦਾ ਸੀ। ਤੁਹਾਡਾ ਬੰਦਾ ਹੈ ਨਾ ਜੀ, ਤੁਹਾਡਾ ਬੰਦਾ ਹੈ, ਉਹ ਵੀ ਕਰ ਰਿਹਾ ਹੈ ਕਿ ਪਾਸਪੋਰਟ ਇੰਡੀਆ ਦਾ ਹੈ, ਲੇਕਿਨ ਮੈਂ ਨਹੀਂ ਮੰਨਦਾ। ਚਲੋ ਮੈਂ ਕਲੀਅਰ ਹੀ ਬੋਲਦਾ ਹਾਂ, ਲੇਕਿਨ ਚਲੋ ਜੇਕਰ ਉਹ ਰੈਡੀਕਲਾਈਜ਼ ਹੋ ਗਿਆ, ਕਾਬਲੀਅਤ ਹੈ ਤੁਹਾਡੇ ਵਿੱਚ ਤਾਂ ਡੀ ਰੈਡੀਕਲਾਈਜ਼ ਕਰ ਦੋ, ਨਾਰਮਲਾਈਜ਼ ਕਰ ਦੋ, ਨਾਰਮਲਾਈਜ਼ ਕਰ ਦੋ। ਬੰਦਾ ਤੁਹਾਡਾ ਹੈ ਨਾ, ਗੱਲ ਤਾਂ ਕਰੋ। ਤੇ ਗੱਲ ਕਰਨ ਦੀ ਕੋਸ਼ਿਸ਼ ਕਿਸੇ ਨੇ ਕੀਤੀ ਨਹੀਂ ਕੀਤੀ। ਇੰਟੈਲੀਜੈਂਸ ਇੱਕ ਪਾਸੇ ਤੁਸੀਂ ਦੇਖੋ, ਇੰਟੈਲੀਜੈਂਸ ਫੇਲਿਅਰ ਤਾਂ ਹੈ ਹੀ। ਹਰ ਪਾਸੇ ਦੇਖੋ, ਹਰ ਕਮਿਊਨਿਟੀ ਦੇ ਵਿੱਚ ਹਫੜਾ ਤਫੜੀ ਦਾ ਮਾਹੌਲ ਹੈ। ਕਿਉਂ? ਕਿਉਂਕਿ ਇਹ ਮਸਲਾ ਬਾਹਰ ਆਣਾ ਹੀ ਨਹੀਂ ਚਾਹੀਦਾ ਸੀ। ਜਦੋਂ ਇਹ ਮਸਲਾ ਅੰਦਰ ਚੱਲ ਰਿਹਾ ਸੀ ਨਾ, ਉਦੋਂ ਹੀ ਡੀਲ ਕਰਕੇ ਉਹਨੂੰ ਖਤਮ ਕਰ ਲੈਣਾ ਚਾਹੀਦਾ ਸੀ। ਹੁਣ ਇੰਟੈਲੀਜੈਂਸ ਚੀਫ ਜਿਹੜੇ ਆ, ਮਾਫ ਕਰਨਾ ਇੰਟੈਲੀਜੈਂਸ ਚੀਫ ਕਹਤਾ, ਇੰਟੈਲੀਜੈਂਸ ਦੇ ਜਿਹੜੇ IG ਜਸਕਰਨ ਸਿੰਘ ਨੇ, ਉਹ ਚੀਫ ਹੀ ਨੇ ਇੱਕ ਤਰੀਕੇ ਦੇ ਨਾਲ, ਉਹੀ ਚੀਫ ਨੇ। ADGP ਵਗੈਰਾ ਨਹੀਂ ਇੰਟੈਲੀਜੈਂਸ ਦੇ, ਚਲੋ ਉਹਨਾਂ ਦੇ ਕੋਲ ਹੀ ਚਾਰਜ ਹੈ ਨਾ ਉਸ ਚੀਜ਼। ਅੱਛਾ, ਠੀਕ ਹੈ। ਤੇ ਉਹ ਜਿਹੜੇ ਗਏ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਸਾਹਿਬ ਨੂੰ ਮਿਲਣ, ਤਾਂ ਉਹਨਾਂ ਨੇ ਉੱਥੇ ਕੀ ਗੱਲਬਾਤ ਕੀਤੀ? ਉਹਨਾਂ ਦਾ ਉੱਥੇ ਜਾਣ ਦਾ ਕੀ ਮਕਸਦ ਹੋ ਸਕਦਾ ਇੰਟੈਲੀਜੈਂਸ ਜਿਹੜੇ ਚੀਫ? ਦੇਖੋ, ਮੈਂ ਕੋਈ ਟਿੱਪਣੀ ਕਰਨਾ ਨਹੀਂ ਚਾਹੁੰਦਾ ਹਾਂ, ਲੇਕਿਨ ਇਹ ਅਗੇਨ ਪੁਲਿਸ ਦਾ ਮਸਲਾ ਨਹੀਂ ਸੀਗਾ ਜੀ। ਪੁਲਿਸ ਦਾ ਹੀ ਇੱਕ ਅੰਗ ਹੈ ਨਾ ਜੀ ਇੰਟੈਲੀਜੈਂਸ। ਤੇ ਜੇਕਰ ਮੰਨ ਲਓ ਜਾਂ ਤਾਂ ਕੋਈ ਪੋਲੀਟੀਸ਼ੀਅਨ ਜਾਂਦੇ ਤੇ ਇਸ ਬਾਰੇ ਪਤਾ ਵੀ ਨਹੀਂ ਲੱਗਣਾ ਚਾਹੀਦਾ ਸੀ ਕਿ ਕੀ ਗੱਲਬਾਤ ਹੋਈ ਹੈ, ਕਦੋਂ ਗਏ ਨੇ, ਕੌਣ ਗਏ ਨੇ। ਕੋਈ ਮਤਲਬ ਪੋਲੀਟੀਸ਼ੀਅਨ ਜਾ ਕੇ ਗੱਲ ਕਰਦੇ
ਔਰ ਉਸ ਚੀਜ਼ ਨੂੰ ਹਾਈਲਾਈਟ ਨਹੀਂ ਕੀਤਾ ਜਾਂਦਾ। ਜੇਕਰ ਅਫਸਰ ਨਹੀਂ ਜਾਣਾ ਸੀ ਨਾ ਤਾਂ ਸੈਕਟਰੀ ਜਾਂ ਪ੍ਰਿੰਸੀਪਲ ਸੈਕਟਰੀ ਰੈਂਕ ਦੇ ਕਿਸੇ ਅਫਸਰ ਨੂੰ ਜਾਣਾ ਚਾਹੀਦਾ ਸੀ। ਤਾਂ ਬਿਲਕੁਲ ਸਾਇਲੈਂਟਲੀ ਤੁਸੀਂ ਜੋ ਬੇਨਤੀ ਕਰਨੀ ਹੈ, ਕਿਉਂਕਿ ਦੇਖੋ ਅਕਾਲ ਤਖਤ ਸਾਹਿਬ ਦੇਖੋ ਮੀਰੀ ਤੇ ਪੀਰੀ ਦਾ ਪ੍ਰਤੀਕ ਹੈ ਜੀ, ਤੇ ਉੱਥੇ ਜਾ ਕੇ ਜੋ ਗੱਲਬਾਤ ਹੋ ਰਹੀ ਹੈ ਨਾ ਉਹ ਬਾਹਰ ਨਹੀਂ ਆਉਣੀ ਚਾਹੀਦੀ, ਠੀਕ ਹੈ ਕਿ ਨਹੀਂ? ਬਿਲਕੁਲ। ਲੇਕਿਨ ਇੱਕ ਤਾਂ ਕੋਈ ਪੋਲੀਟੀਕਲ ਲੀਡਰ ਜਾਂਦੇ, ਅਫਸਰ ਨੇ ਮਤਲਬ ਮੰਨ ਲਓ ਜਾਣਾ ਜ਼ਰੂਰੀ ਸੀ ਤਾਂ ਕਿਸੇ ਆਈਐਸ ਅਫਸਰ ਨੂੰ, ਤਜਰਬੇਕਾਰ ਅਫਸਰ ਨੂੰ, ਜਿਨ੍ਹਾਂ ਨੂੰ ਤਜਰਬਾ ਹੈ ਇਸ ਤਰੀਕੇ ਦੇ ਜਿਹੜੇ ਜੋ ਮਸਲੇ ਸਰਕਾਰ ਹਰ ਮਸਲੇ ਤੇ ਇੰਟੈਲੀਜੈਂਸ ਮੁਖੀ ਨੂੰ ਉੱਥੇ ਭੇਜਣ ਦੇ ਨਾਲ ਦੇਖੋ ਉਹਨਾਂ ਨੂੰ ਆਪ ਨਹੀਂ ਜਾਣਾ ਚਾਹੀਦਾ ਸੀ। ਇੰਟੈਲੀਜੈਂਸ ਦੇ ਮਤਲਬ ਮੁਖੀ ਜਦੋਂ ਉੱਥੇ ਗਏ ਨੇ ਤੇ ਇਹ ਸਾਰਾ ਇਹ ਹੋ ਗਿਆ ਕਿ ਇਹ ਸਾਰਾ ਤਾਨਾ ਬਾਨਾ ਇੰਟੈਲੀਜੈਂਸ ਦਾ ਹੈ, ਇੰਟੈਲੀਜੈਂਸ ਦੇ ਕੰਟਰੋਲ ਦੇ ਵਿੱਚ ਇਹ ਸਭ ਕੁਝ ਚੱਲ ਰਿਹਾ ਹੈ, ਠੀਕ ਹੈ ਕਿ ਨਹੀਂ? ਮੰਨ ਲਓ ਤੁਸੀਂ ਕਹਵਾ ਰਹੇ ਹੋ ਕਿ ਤੁਸੀਂ ਸਰੈਂਡਰ ਕਰ ਦਿਓ ਜੀ, ਤੁਹਾਡੇ ਕੋਲ ਇੰਨਾ ਜ਼ਿਆਦਾ ਸਾਰਾ ਕੁਝ ਹੀ ਹੈ, ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਹਾਂ ਉਹ ਕਿੱਥੇ ਹੈ ਜੀ, ਤੁਹਾਨੂੰ ਪਤਾ ਹੋਣਾ ਚਾਹੀਦਾ ਹੈ, ਤੁਸੀਂ ਆਪਣਾ ਕੰਮ ਕਰੋ ਨਾ ਜੀ। ਅਕਾਲ ਤਖਤ ਜੋ ਸੰਸਥਾ ਹੈ ਨਾ ਉਹ ਤਾਂ ਮੇਰੀ ਪੀਰੀ ਦੀ ਸਿਰਮੌਰ ਸੰਸਥਾ ਹੈ, ਸੰਸਥਾ ਨੂੰ ਆਪਣਾ ਕੰਮ ਕਰਨ ਦਿਓ, ਤੁਸੀਂ ਆਪਣਾ ਕੰਮ ਕਰੋ। ਤੁਸੀਂ ਉਧਰ ਜਾ ਰਹੇ ਇਟ ਮੀਨਸ ਕਿ ਤੁਸੀਂ ਆਪਣਾ ਕੰਮ ਨਹੀਂ ਕਰਦੇ, ਜਾਂ ਤੁਸੀਂ ਇਹ ਦਿਖਾਣਾ ਚਾਹ ਰਹੇ ਹੋ ਕਿ ਮੇਰੇ ਹੀ ਮਤਲਬ ਗਾਈਡੈਂਸ ਦੇ ਵਿੱਚ, ਕੰਟਰੋਲ ਦੇ ਵਿੱਚ ਇਹ ਸਾਰਾ ਕੁਝ ਚੱਲ ਰਿਹਾ ਹੈ, ਉਸ ਦੇ ਨਾਲ ਹੋਰ ਜ਼ਿਆਦਾ ਕਨਫਿਊਜ਼ਨ ਮਤਲਬ ਪੈਦਾ ਹੋ ਗਿਆ। ਉਸ ਤੋਂ ਬਾਅਦ ਜਥੇਦਾਰ ਸਾਹਿਬ ਨੇ ਅਲਟੀਮੇਟਮ ਦਿੱਤਾ ਆਮ ਜਨਤਾ ਦੇ, ਉਸ ਤੋਂ ਬਾਅਦ ਜਥੇਦਾਰ ਸਾਹਿਬ ਨੇ ਹਰ ਕਮਿਊਨਿਟੀ ਦੇ ਵਿੱਚ ਦੇਖੋ, ਮੈਂ ਬਾਰ-ਬਾਰ ਇਹ ਕਹਿ ਰਿਹਾ ਕਿ ਇੱਕ ਕਮਿਊਨਿਟੀ ਦੇ ਵਿੱਚ ਦਹਿਸ਼ਤ ਦਾ ਮਾਹੌਲ ਤੇ ਦੂਸਰੀ ਕਮਿਊਨਿਟੀ ਇਨਸਿਕਿਉਰ ਫੀਲ ਕਰ ਰਹੀ ਹੈ। ਫਿਰ ਵੀ ਮੈਂ ਇਹੀ ਕਹਾਂਗਾ ਕਿ ਦੇਖੋ ਇਸ ਮਸਲੇ ਨੂੰ ਛੇਤੀ ਤੋਂ ਛੇਤੀ ਹੱਲ ਕਰ ਲੈਣਾ ਚਾਹੀਦਾ ਹੈ। ਇਸ ਤੋਂ ਬਾਅਦ ਸਰਕਾਰ ਨੂੰ ਅਲਟੀਮੇਟਮ ਵੀ ਦੇਤਾ ਜਥੇਦਾਰ ਸਾਹਿਬ ਦੇ ਵੱਲੋਂ ਕਿ ਮੈਂ ਅਲਟੀਮੇਟਮ ਦੇਣਾ, ਸਾਡੇ ਜਿਹੜੇ ਨੌਜਵਾਨ ਫੜੇ ਆ ਬੇਕਸੂਰ ਉਹਨਾਂ ਨੂੰ। ਤੇ ਮਿਸ ਹੈਂਡਲਿੰਗ ਦੇਖੋ, ਮਿਸ ਹੈਂਡਲਿੰਗ ਹੋ ਗਈ ਨਾ ਜਦੋਂ ਉੱਥੇ ਇੰਟੈਲੀਜੈਂਸ ਦੇ ਮੁਖੀ ਚਲੇ ਗਏ, ਤਾਂ ਫਿਰ ਦੇਖੋ ਇਹ ਚੀਜ਼ ਦੀ ਲੋੜ ਹੀ ਨਹੀਂ ਸੀ। ਇਹ ਸੰਸਥਾ ਆ ਗਈ, ਸ੍ਰੀ ਅਕਾਲ ਤਖਤ ਸਾਹਿਬ ਜਦੋਂ ਪਿਕਚਰ ਦੇ ਵਿੱਚ ਆ ਗਿਆ ਤਾਂ ਲੋਕਾਂ ਦਾ ਦਬਾਅ ਬਣਨਾ ਹੀ ਹੈ ਜੀ, ਤੇ ਇਸ ਕਰਕੇ ਦੇਖੋ ਇਹ ਅਲਟੀਮੇਟਮ ਦਾ ਆ ਗਿਆ। ਲੇਕਿਨ ਫਿਰ ਵੀ ਦੇਖੋ ਮੈਂ ਇਹੀ ਕਹਾਂਗਾ ਕਿ ਜੋ ਆਮ ਜਨਤਾ ਹੈ ਹਰ ਕਿਸੇ ਵੀ ਕਮਿਊਨਿਟੀ ਦੇ ਵਿੱਚ ਹੈ, ਠੀਕ ਹੈ ਕਿ ਨਹੀਂ? ਕਿਉਂਕਿ ਅਸੀਂ ਜੋ ਸਟੇਟ ਜਾਂ ਇੰਡੀਆ ਹੈ ਮਲਟੀ ਕਮਿਊਨਿਟੀ ਸਟੇਟ ਹੈ, ਅਸੀਂ ਆਪਸ ਦੇ ਵਿੱਚ ਭਾਈਚਾਰਕ ਸਾਂਝ ਬਣਾ ਕੇ ਰੱਖਣੀ ਚਾਹੀਦੀ ਹੈ। ਤਾਂ ਮੈਂ ਇਹ ਸੰਦੇਸ਼ ਦੇਵਾਂਗਾ, ਸੰਦੇਸ਼ ਕੀ ਦਊਂ, ਮੈਂ ਇਹੀ ਸੰਦੇਸ਼ ਦੇਵਾਂਗਾ ਕਿ ਆਪਸ ਦੇ ਵਿੱਚ ਜੋ ਭਾਈਚਾਰਕ ਸਾਂਝ ਹੈ ਉਹਨੂੰ ਮੇਨਟੇਨ ਰੱਖਣਾ ਚਾਹੀਦਾ ਹੈ, ਪ੍ਰੇਮ ਪਿਆਰ ਦੇ ਨਾਲ रहना चाहिए है, मिलजुल के रहना चाहिए है। अपना बिजनेस व्यापार खेती गृहस्थी हर चीज़ आपस दे विच जिस तरह पहला चलता सी उस तरीके दे नाल चलना चाहिए है। सिस्टम देखो मतलब काम कर ही रहा है लेकिन ये दुरुस्त होना चाहिए है ये सारा चीज़, और छेती तो छेती ਇਹਦਾ हल निकलना चाहिए है। लेकिन मैं यही कहूँगा कि आपसी भाईचारक साझ कायम रहना चाहिए है ਤੇ ਆਮ ਲੋਕਾਂ ਨੂੰ ਇਹ ਬੀੜਾ ਚੁੱਕਣਾ ਚਾਹੀਦਾ ਹੈ ਕਿ ਭਾਵੇਂ ਜੋ ਕੁਝ ਵੀ ਹੋ ਰਿਹਾ ਹੈ, ਜਿਸ ਤਰੀਕੇ ਦਾ ਮਾਹੌਲ ਹੈ, ਅਸੀਂ ਆਪਸ ਦੇ ਵਿੱਚ ਸਾਰੇ ਭਰਾ ਨੇ ਤੇ ਅਸੀਂ ਆਪਸ ਦੇ ਵਿੱਚ ਕੋਈ ਵੀ ਇਸ ਤਰ੍ਹਾਂ ਦੀ ਗਲਤੀ ਨਹੀਂ ਕਰਨੀ ਚਾਹੀਦੀ ਹੈ ਤੇ ਪ੍ਰੇਮ ਪਿਆਰ ਬਣਾ ਕੇ ਰੱਖਣਾ ਚਾਹੀਦਾ ਹੈ। ਬਿਲਕੁਲ ਕੁੰਵਰ ਜੀ, ਤੁਸੀਂ ਬਹੁਤ ਸੋਹਣਾ ਸੰਦੇਸ਼ ਦਿੱਤਾ ਔਰ ਸਾਨੂੰ ਕੀਮਤੀ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਥੈਂਕ ਯੂ। ਤਾਂ ਇਹ ਸਨ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ, ਜਿਨ੍ਹਾਂ ਦੇ ਵੱਲੋਂ ਇਹਨਾਂ ਸਾਰਿਆਂ ਅਹਿਮ ਵਿਸ਼ਿਆਂ ਦੇ ਉੱਪਰ ਸਾਡੇ ਨਾਲ ਗੱਲਬਾਤ ਕੀਤੀ ਗਈ ਹੈ, ਔਰ ਉਮੀਦ ਕਰਦੇ ਹਾਂ ਕਿ ਜਿਹੜੇ ਦਰਸ਼ਕਾਂ ਦੇ ਸਾਰੇ ਮਨਾਂ ਦੇ ਸਵਾਲ ਸੀ ਔਰ ਕੁੰਵਰ ਵਿਜੇ ਪ੍ਰਤਾਪ ਜੀ ਨੇ ਜਿਹੜੇ ਜਵਾਬ ਦਿੱਤੇ ਆ ਉਹ ਮਿਲ ਗਏ ਹੋਣਗੇ। ਉਮੀਦ ਕਰਦੇ ਹਾਂ ਕਿ ਸਾਡੀ ਇਹ ਇੰਟਰਵਿਊ ਤੁਹਾਨੂੰ ਜ਼ਰੂਰ ਪਸੰਦ ਆਈ ਹੋ। ਦੁਬਾਰਾ ਫਿਰ ਮਿਲਾਂਗੇ, ਧੰਨਵਾਦ।